ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋਂ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਜੀ। ਭੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੇ ਕਾਮ। ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰਿ ਨਾਮ। ਕਹੋ ਨਾਨਕ ਸੁਨ ਰੇ ਮਨਾ, ਕਰੈ ਨ ਜਮ ਕੈ ਧਾਮ। ਭੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੇ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਕਥਾ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 59 ਸ਼ਬਦ ਅਤੇ 57 ਸ਼ਲੋਕ ਹਨ। ਅਸੀਂ 59 ਸ਼ਬਦਾਂ ਦੀ ਵਿਚਾਰ ਕਰ ਚੁੱਕੇ ਹਾਂ ਤੇ 57 ਸ਼ਲੋਕਾਂ ਦੀ ਜੋ ਵਿਚਾਰ ਚੱਲ ਰਹੀ, ਉਹਦੇ ਵਿੱਚ ਅੱਜ ਵਾਲੇ ਜਿਹੜੇ 2 ਸ਼ਲੋਕ ਹਨ ਉਹ ਲੜੀ ਵਿੱਚ 20 ਨੰਬਰ ਤੇ 21 ਨੰਬਰ ਇਹ ਸ਼ਲੋਕ ਨੇ। ਜਿਵੇਂ ਸਤਿਗੁਰੂ ਬਖਸ਼ਿਸ਼ ਕਰਨਗੇ, ਮਤ ਬੁੱਧ ਸੋਝੀ ਬਖਸ਼ਿਸ਼ ਕਰਨਗੇ, ਉਹਦੇ ਮੁਤਾਬਕ ਆਪ ਜੀ ਨਾਲ ਸ਼ਬਦ ਦੀ ਵਿਚਾਰ ਦੀ ਸਾਂਝ ਪਾਉਣ ਦਾ ਯਤਨ ਕਰਾਂਗਾ। ਆਓ ਸਾਧ ਸੰਗਤ ਮਨ ਦੇ ਟਿਕਾਓ ਇਕਾਗਰਤਾ ਦੇ ਵਾਸਤੇ ਸਾਰੀ ਸੰਗਤ ਪਿਆਰ ਸਹਿਤ ਗੱਜ ਵੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਬਖਸ਼ਿਸ਼ ਕਰ ਰਹੇ ਹਨ ਪਾਵਨ ਸ਼ਬਦਾਂ ਦੇ ਵਿੱਚ, ਪਹਿਲਾਂ ਅਸੀਂ ਅੱਖਰੀ ਅਰਥ ਜਿਵੇਂ ਸਮਝਦੇ ਹਾਂ ਤੇ ਉਸ ਤੋਂ ਬਾਅਦ ਉਸ ਦੀ ਵਿਆਖਿਆ, ਉਸ ਦੇ ਭਾਵ ਨੂੰ ਸਮਝਣ ਦਾ ਯਤਨ ਕਰਦੇ ਹਾਂ। ਮਹਾਰਾਜ ਕਿਰਪਾ ਕਰ ਰਹੇ ਨੇ। ਭੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਇਹਦਾ ਅਰਥ ਹੋ ਗਿਆ, ਭੈ ਦਾ ਅਰਥ ਹੋ ਗਿਆ ਡਰ, ਨਾਸਨ ਦਾ ਮਤਲਬ ਖਤਮ ਹੋ ਜਾਣਾ, ਨਾਸ਼ ਹੋ ਜਾਣਾ। ਭੈ ਨਾਸਨ ਦੁਰਮਤ, ਖੋਟੀ ਮਤ, ਭੈੜੀ ਮਤ ਉਹ ਵੀ ਖਤਮ ਹੋ ਜਾਂਦੀ ਹੈ। ਭੈ ਨਾਸਨ ਦੁਰਮਤ ਹਰਨ, ਤੇ ਕੌਣ ਇਸ ਨੂੰ ਖਤਮ ਕਰਦਾ ਹੈ? ਉਹਦੀ ਵਿਆਖਿਆ ਮਹਾਰਾਜ ਅਗਲੀ ਤੁਕ ਵਿੱਚ ਕਹਿੰਦੇ ਨੇ, ਅਗਲੇ ਸ਼ਬਦਾਂ 'ਚ ਵੀ ਜਿਹੜਾ ਭੈ ਖਤਮ ਹੋਣਾ ਹੈ ਤੇ ਦੁਰਮਤ ਨਾਸ਼ ਹੋਣੀ ਹੈ, ਇਹ ਹੋਣੀ ਕਿਵੇਂ ਹੈ? ਕਲ ਮੈਂ ਹਰ ਕੋ ਨਾਮ। ਕਲ ਦਾ ਮਤਲਬ ਹੋ ਗਿਆ ਇਹ ਸਮਾਂ ਜੋ ਚੱਲ ਰਿਹਾ ਹੈ। ਹਰ ਕੋ ਨਾਮ ਦਾ ਮਤਲਬ ਹੋ ਗਿਆ ਹਰੀ ਦਾ ਨਾਮ, ਪਰਮਾਤਮਾ ਦਾ ਨਾਮ। ਫਿਰ ਇੱਕ ਵਾਰ ਸਮਝੀਏ, ਭੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਤੇ ਫਿਰ ਮਹਾਰਾਜ ਕਹਿੰਦੇ ਇਹ ਜਿਹੜਾ ਨਾਮ ਹੈ ਜਾਂ ਵਾਹਿਗੁਰੂ ਦੀ ਸਿਫਤ ਹੈ, ਉਹਦਾ ਕੋਈ ਟਾਈਮ ਹੈ? ਕਿੰਨਾ ਕੁ ਟਾਈਮ, ਕਿਹੜੇ ਕਿਹੜੇ ਵੇਲੇ ਉਹਨੂੰ ਯਾਦ ਕਰੀਏ? ਮਹਾਰਾਜ ਕਹਿੰਦੇ ਨਿਸ ਦਿਨ, ਨਿਸ ਮੈਨੇ ਹੋ ਗਿਆ ਰਾਤ, ਦਿਨ ਅਸੀਂ ਸਾਰੇ ਸਮਝ ਗਏ। ਨਿਸ ਦਿਨ ਜੋ ਨਾਨਕ ਭਜੈ, ਦਿਨ ਤੇ ਰਾਤ ਜੋ ਯਾਦ ਕਰੇ
ਤੇ ਮਹਾਰਾਜ ਕਹਿੰਦੇ ਨਿਸ ਦਿਨ ਜੋ ਨਾਨਕ ਭਜੈ, ਜਿਹੜਾ ਇਸ ਨੂੰ ਯਾਦ ਕਰੇਗਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ। ਅਗਲੀ ਗੱਲ ਇੱਕ ਹੋਰ ਹੋ ਜਾਏਗੀ, ਸਤਿਗੁਰੂ ਮਹਾਰਾਜ ਕਹਿੰਦੇ ਸਫਲ ਹੋ ਹੈ ਤੇ ਕਾਮ। ਇਹਦੇ ਵਿੱਚ ਬਹੁਤ ਪ੍ਰਕਰਨ ਬਣਦੇ ਨੇ ਇੱਕ ਹੀ ਤੁਕ ਵਿੱਚ, ਇੱਕ ਹੀ ਸ਼ਬਦ ਵਿੱਚ। ਭੈ ਦਾ ਨਾਸ਼ ਹੋਣਾ, ਦੁਰਮਤ ਦਾ ਖਤਮ ਹੋਣਾ, ਹਰੀ ਪਰਮਾਤਮਾ ਦੇ ਨਾਮ ਨਾਲ ਖਤਮ ਹੁੰਦਾ ਹੈ। ਦਿਨ ਰਾਤ ਉਹਨੂੰ ਯਾਦ ਕਰਨਾ ਹੈ ਤੇ ਮਹਾਰਾਜ ਕਹਿੰਦੇ ਸਾਰੇ ਕਾਰਜ ਵੀ ਨਿਪਰੇ ਚੜ ਜਾਣਗੇ। ਇਹ ਹੈ ਪਹਿਲੇ ਸ਼ਲੋਕ ਦਾ ਭਾਵ। ਦੂਸਰੇ ਦਾ ਵੀ ਨਾਲ ਹੀ ਅਖਰੀ ਅਰਥ ਸਮਝ ਲਈਏ, ਫਿਰ ਵਿਆਖਿਆ ਇਕੱਠੀ ਕਰਦੇ ਹਾਂ। ਅੱਗੇ ਮਹਾਰਾਜ ਕਹਿੰਦੇ ਜੇਬਾ ਗੁਣ ਗੋਬਿੰਦ ਭਜੋ। ਜੇਬਾ ਸਮਝ ਕੇ ਸਾਰੇ ਜ਼ੁਬਾਨ, ਗੋਬਿੰਦ ਦਾ ਮਤਲਬ ਹੋ ਗਿਆ ਵਾਹਿਗੁਰੂ ਪਰਮੇਸ਼ਰ ਜੋ ਧਰਤੀ ਦੀ ਸੰਭਾਲ ਕਰਦਾ, ਸਾਡੇ ਜੀਵਾਂ ਦੀ ਸੰਭਾਲ ਕਰਦਾ। ਜੇਬਾ ਗੁਣ ਗੋਬਿੰਦ ਭਜੋ। ਭਜੋ ਦਾ ਮਤਲਬ ਉਹੀ ਹੈ ਯਾਦ ਕਰੋ। ਜੇਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ। ਪਹਿਲਾਂ ਆ ਗਿਆ ਜ਼ੁਬਾਨ, ਇਹਦੇ ਨਾਲ ਯਾਦ ਕਰੋ, ਕੰਨਾਂ ਨਾਲ ਸੁਣੋ। ਕਹੋ ਨਾਨਕ ਸੁਣ ਰੇ ਮਨਾ। ਜਿਹੜਾ ਜੀਵ ਫਿਰ ਇਸ ਨੂੰ ਸੁਣੇਗਾ, ਉਸ ਨੂੰ ਜਪੇਗਾ, ਯਾਦ ਕਰੇਗਾ, ਇਹ ਮੇਰੇ ਮਨਾ ਸੁਣ। ਪਰੈ ਨਾ ਜਮ ਕੈ ਧਾਮ। ਉਹ ਜੀਵ ਜਮਾਂ ਦੇ ਧਾਮ ਨਹੀਂ ਜਾਏਗਾ, ਜਮਾਂ ਦੇ ਟਿਕਾਣੇ ਤੇ ਨਹੀਂ ਜਾਏਗਾ, ਜਮ ਨੂੰ ਲੈ ਕੇ ਨਹੀਂ ਜਾਣਗੇ। ਇਹ ਹੈ ਦੋ ਸ਼ਲੋਕਾਂ ਦਾ ਅਖਰੀ ਅਰਥ ਜੋ ਅਸੀਂ ਸਮਝੇ। ਹੁਣ ਅਸੀਂ ਇਸ ਭਾਵ ਨੂੰ ਸਮਝਣਾ। ਪਹਿਲਾ ਸ਼ਲੋਕ ਫਿਰ ਵਿਚਾਰੀਏ। ਮਹਾਰਾਜ ਕਹਿੰਦੇ ਭੈ ਨਸ। ਜਿਸ ਦਿਨ ਸ਼ਬਦ ਆਇਆ ਸੀ ਕਿ ਭੈ ਕਾਹੂ ਕੋ ਦੇਤ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਅਸੀਂ ਭੈ ਦੇ ਉੱਤੇ ਬਹੁਤ ਵਿਸਥਾਰ ਸਹਿਤ ਵਿਆਖਿਆ ਕੀਤੀ ਸੀ, ਪਰ ਪ੍ਰਕਰਨ ਅੱਜ ਆ ਗਿਆ, ਸ਼ਬਦ ਆ ਗਿਆ, ਇਸ ਕਰਕੇ ਜਿਆਦੀ ਤਾਂ ਨਹੀਂ ਵਿਆਖਿਆ। ਸਿਰਫ ਇੱਕ ਵਾਰ ਸਮਝਣਾ ਜ਼ਰੂਰ ਹੈ ਅਸੀਂ ਉਸ ਨੂੰ, ਕਿਉਂਕਿ ਜਦੋਂ ਸ਼ਬਦ ਦੁਬਾਰਾ ਆਵੇ ਤੇ ਪਹਿਲੀ ਗੱਲ ਨੂੰ ਨਾਲ ਜ਼ਰੂਰ ਧਿਆਨ ਵਿੱਚ ਰੱਖਣਾ ਹੁੰਦਾ ਹੈ। ਇੱਥੇ ਮਹਾਰਾਜ ਕਹਿੰਦੇ ਭੈ ਖਤਮ ਹੋ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਗੁਰਮੁਖੋ ਭੈ ਜਿਹੜਾ ਹੈ ਇਹ ਕਈ ਪ੍ਰਕਾਰ ਦਾ ਹੈ। ਇਹਨੂੰ ਵਿਦਵਾਨਾਂ ਦੀ ਬੋਲੀ 'ਚ ਇਹ ਕਹਿੰਦੇ ਆ ਕਿ ਸੰਸਾਰੀ ਭੈ ਤੇ ਦੁਨਿਆਵੀ ਭੈ, ਨਿਰੰਕਾਰੀ ਭੈ। ਇਹ ਕਈ ਤਰ੍ਹਾਂ ਦੇ ਦੈਵੀ ਭੈ ਇਹਦੇ ਵਿਦਵਾਨਾਂ ਨੇ ਇਸ ਤਰ੍ਹਾਂ ਵੀ ਇਹਦੇ ਅਰਥ ਕੀਤੇ ਨੇ। ਸੰਸਾਰੀ ਭੈ ਵਿੱਚ ਉਹ ਇਹ ਕਹਿੰਦੇ ਨੇ ਕਿ ਆਦਿ ਕਾਲ ਤੋਂ ਜਦੋਂ ਤੋਂ ਮਨੁੱਖ ਪੈਦਾ ਹੋਇਆ ਹੈ ਉਹਦੇ ਨਾਲ ਤੁਰੇ ਆਉਂਦੇ ਨੇ। ਜਿਵੇਂ ਉਦਾਹਰਨ ਦੇ ਤੌਰ ਤੇ ਕਿ ਅਸੀਂ ਜਿਵੇਂ ਇਹ ਕਹ ਲਓ ਕਿ ਸੱਪ ਤੋਂ ਡਰਦੇ ਆ, ਜੰਗਲੀ ਜਾਨਵਰਾਂ ਤੋਂ ਡਰਦੇ ਆ, ਜਾਂ ਕਿਸੇ ਕੋਲੇ ਸਾਹਮਣੇ ਹਥਿਆਰ ਹੋਵੇ ਅਸੀਂ ਤਾਂ ਡਰ ਜਾਂਦੇ ਹਾਂ, ਜਾਂ ਇਹ ਕਹਿ ਲਓ ਕਿ ਹੜ੍ਹਾਂ ਦਾ ਆਉਣਾ, ਬਿਜਲੀ ਦਾ ਡਿੱਗ ਪੈਣਾ। ਇਸ ਤਰ੍ਹਾਂ ਆਦਿਕ ਜਿਹੜੇ ਕਈ ਭੈ ਡਰ ਜਿਹੜੇ ਜੀਵ ਦੇ ਨਾਲ ਤੁਰੇ ਰਹਿੰਦੇ ਨੇ। ਮੇਰਾ ਨੁਕਸਾਨ ਨਾ ਕੋਈ ਹੋ ਜਾਵੇ, ਇਹ ਸਾਰੀਆਂ ਚੀਜ਼ਾਂ ਨਾਲ ਜੀਵ ਦੇ ਚੱਲਦੀਆਂ। ਹਰ ਵੇਲੇ ਇੱਕ ਸਹਿਮ, ਇੱਕ ਡਰ ਬੰਦੇ ਦੇ ਅੰਦਰ ਬੈਠਿਆ ਰਹਿੰਦਾ। ਕੁਝ ਡਰ ਉਹ ਨੇ ਜਿਹੜੇ ਬਚਪਨ ਵਿੱਚ ਅਸੀਂ ਪੈਦਾ ਕੀਤੇ ਤੇ ਬੰਦੇ ਦੇ ਅੰਦਰ ਸਾਰੀ ਉਮਰ ਕਈ ਵਾਰ ਰਹਿੰਦੇ ਨੇ। ਉਦਾਹਰਨ ਦੇ ਤੌਰ ਤੇ ਬੱਚਾ ਸੌਵੇਂ ਨਾ, ਛੋਟਾ ਬੱਚਾ ਤੇ ਸੌਂਦਾ ਨਹੀਂ, ਅਸੀਂ ਉਹਨੂੰ ਇੱਕ ਭੈ ਦਿੰਨੇ ਆ, ਇੱਕ ਡਰ ਦਿੰਨੇ ਆ। ਆਪਾਂ ਕਹਿੰਦੇ ਸੌਂ ਜਾ ਨਹੀਂ ਤੇ ਬਾਹਰੋਂ ਮਾਊ ਬਿੱਲਾ ਆ ਜਾਏਗਾ। ਜਿਹੜੀਆਂ ਭੈਣਾਂ ਬੀਬੀਆਂ ਸਮਝਦੀਆਂ ਵੀ ਅਸੀਂ ਇਹ ਡਰ ਬੱਚਿਆਂ ਨੂੰ ਦਿੰਦੇ ਰਹੇ। ਬੱਚੇ ਨੂੰ ਕਹਿਣਾ ਸੌਂ ਜਾ ਨਹੀਂ ਤੇ ਮਾਊ ਬਿੱਲਾ ਤੈਨੂੰ ਫੜ ਕੇ ਲੈ ਜਾਏਗਾ। ਹੁਣ ਉਹਦੇ ਦਿਮਾਗ ਵਿੱਚ ਜਿਹੜਾ ਮਾਊ ਬਿੱਲਾ ਬਿਠਾ ਦਿੱਤਾ, ਉਹ ਕਈ ਵਾਰ ਸਾਰੀ ਉਮਰ ਨਹੀਂ ਜੇ ਨਿਕਲਦਾ। 14 15 ਸਾਲ ਦੇ ਮੈਂ ਦੇਖਿਆ ਬੱਚੇ ਹੋ ਜਾਂਦੇ, ਘਰ ਦਾ ਦਰਵਾਜ਼ਾ ਨਹੀਂ ਬੰਦ ਕਰਦੇ ਉੱਠ ਕੇ ਬਾਹਰਲਾ। ਅੱਜ ਵੀ ਉਹਨਾਂ ਨੂੰ ਕੋਲ ਬਾਹਰਲਾ ਦਰਵਾਜ਼ਾ ਬੰਦ ਕਰ ਦੇ, ਕਹਿੰਦੇ ਮੈਨੂੰ ਫੜ ਕੇ ਲੈ ਜਾਊ ਕੋਈ। ਇਹ ਡਰ ਅਸੀਂ ਪੈਦਾ ਕੀਤੇ ਉਹਦੇ ਅੰਦਰ। ਇਹਨੂੰ ਸੰਸਾਰੀ ਭੈ ਕਹਿੰਦੇ ਆ। ਅਸੀਂ ਭੈ ਬੱਚਿਆਂ ਦੇ ਅੰਦਰ ਜਦੋਂ ਬਣਾ ਦਿੰਦੇ, ਕਿਉਂਕਿ ਜਿਹੜੀ ਗੱਲ ਦਿਮਾਗ 'ਚ ਬੈਠ ਜਾਂਦੀ ਹੈ ਉਹ ਨਿਕਲਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਤੇ ਕੁਝ ਭੈ ਹੁੰਦੇ ਆ ਜਿਹੜੇ ਜੀਵ ਦੇ ਭਲੇ ਵਾਸਤੇ ਹੁੰਦੇ ਆ। ਮੈਂ ਉਹਦਾ ਜ਼ਿਕਰ ਵੀ ਕਰ ਦਿੰਦਾ। ਬੱਚਾ ਛੋਟਾ ਹੈ ਤੇ ਇੱਕ ਭੈ ਦਿੱਤਾ ਗਿਆ ਵੀ ਇਸ ਬੱਚੇ ਦੇ ਉੱਤੋਂ ਦੀ ਨਹੀਂ ਲੰਘੀਦਾ, ਬੱਚਾ ਛੋਟਾ ਰਹਿ ਜਾਂਦਾ ਹੈ। ਇਸ ਤਰ੍ਹਾਂ ਹੁੰਦਾ ਨਹੀਂ ਨਾ, ਬੱਚੇ ਨੇ ਛੋਟਾ, ਇਹ ਭੈ ਹੈ। ਇਹ ਭੈ ਚੰਗਾ ਹੈ, ਇਹ ਮਾੜਾ ਨਹੀਂ। ਕੁਝ ਭੈ ਚੰਗੇ ਨੇ, ਅੱਜ ਮੈਂ ਉਹਨਾਂ ਦਾ ਜ਼ਿਕਰ ਵੀ ਕਰਨਾ ਹੈ। ਇਹ ਭੈ ਚੰਗਾ ਇਸ ਕਰਕੇ ਹੈ ਕਿਉਂਕਿ ਜਿਹੜੇ ਬੱਚੇ ਛੋਟੇ ਉੱਤੋਂ ਦੀ ਕੋਈ ਲੰਘਣ ਲੱਗਿਆ, ਉਹਦਾ ਹੱਥ ਲੱਗ ਗਿਆ, ਉਹਦੀ ਲੱਤ ਉੱਤੇ ਆ ਕੇ ਉਹਦਾ ਪੈਰ ਆ ਗਿਆ, ਬੱਚੇ ਦੀਆਂ ਕੋਮਲ ਹੱਡੀਆਂ ਨੇ ਟੁੱਟ ਜਾਣਗੀਆਂ। ਇਸ ਕਰਕੇ ਉਹਨਾਂ ਸਮਿਆਂ 'ਚ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਸਲ 'ਚ ਇਹ ਤਰੀਕਾ ਸੀ ਇੱਕ, ਤਾਂ ਕਿ ਬੱਚੇ ਦੇ ਉੱਤੋਂ ਦੀ ਕੋਈ ਲੰਘੇ ਨਾ। ਉਹਦਾ ਛੋਟੇ ਰਹਿਣ ਦਾ ਮਤਲਬ ਇਹ ਨਹੀਂ ਕਿ ਨਿੱਕਾ ਹੀ ਰਹਿਣਾ, ਮਤਲਬ ਸੀ ਵੀ ਜੇ ਉਸ ਬੱਚੇ ਦੇ ਉੱਤੋਂ ਦੀ ਕੋਈ ਲੰਘਣ ਲੱਗਿਆ, ਉਹਦਾ ਹੱਥ ਨਾ ਕਿਤੇ ਉਹਦੇ ਅੰਗ ਦੇ ਉੱਤੇ ਕੋਈ ਆ ਜਾਵੇ, ਲੱਤ ਨਾ ਉਹਦੇ ਉੱਤੇ ਆ ਜਾਵੇ, ਉਹ ਬੱਚੇ ਦਾ ਅੰਗ ਟੁੱਟ ਜਾਏਗਾ। ਸਿਰਫ ਇਸ ਕਰਕੇ ਇਹ ਚੰਗਾ ਭੈ ਸੀ, ਇਹਦੇ ਨਾਲ ਭਲਾ ਸੀ। ਮੇਰਾ ਕਹਿਣ ਤੋਂ ਭਾਵ ਹੈ ਹੁਣ ਅਸੀਂ ਦੇਖਣਾ ਕਿ ਕਿਹੜੇ ਭੈ ਦੀ ਸਤਿਗੁਰੂ ਇੱਥੇ ਗੱਲ ਕਰ ਰਹੇ ਨੇ। ਪਹਿਲਾਂ ਅਸੀਂ ਭੈ ਨੂੰ ਸਮਝਣ ਦਾ ਯਤਨ ਕਰੀਏ। ਜਿਹੜਾ ਮੈਂ ਜ਼ਿਕਰ ਕੀਤਾ ਹੁਣੇ ਕਿ ਕਈ ਤਰ੍ਹਾਂ ਦੇ ਡਰ ਬੰਦੇ ਦੇ ਅੰਦਰ ਬੈਠੇ ਹੋਏ ਨੇ ਵੀ ਆਹ ਨੁਕਸਾਨ ਨਾ ਹੋ ਜਾਏ, ਐਵੇਂ ਨਾ ਹੋ ਜਾਵੇ। ਹਰ ਬੰਦਾ ਇਸ ਚੀਜ਼ ਤੋਂ ਡਰਦਾ ਹੈ। ਕੁਝ ਭੈ ਹੁੰਦੇ ਆ ਜਿਹੜੇ ਹੁਣ ਮੈਂ ਜ਼ਿਕਰ ਕਰ ਲੱਗਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਹਾ ਵੀ ਜ਼ਰੂਰੀ ਨੇ। ਉਹਨਾਂ ਭੈ ਦਾ ਜ਼ਿਕਰ ਮਹਾਰਾਜ ਨੇ ਕਿਹਾ, ਉਹਦੇ ਬਾਰੇ ਤੇ ਮਹਾਰਾਜ ਦਾ ਫੈਸਲਾ ਹੈ
ਕਿ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਵਾ, ਉਧਰ ਵੀ ਸ਼ਬਦ ਵਿਚਾਰਿਆ ਸੀ। ਇਹ ਆਸਾ ਦੀ ਵਾਰ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਸਾਰਾ ਕੁਝ ਉਹਦੇ ਭੈ ਵਿੱਚ ਚੱਲਦਾ ਹੈ, ਅਸੀਂ ਵੀ ਉਹਦੇ ਭੈ ਵਿੱਚ ਚੱਲਣਾ ਹੈ। ਫਿਰ ਕਬੀਰ ਸਾਹਿਬ ਇੱਕ ਸ਼ਬਦ ਵਿੱਚ ਕਹਿੰਦੇ ਨੇ, ਕਹਿੰਦੇ ਬੜੀ ਹੈਰਾਨਗੀ ਹੁੰਦੀ ਹੈ, ਇੱਕ ਬੰਨੇ ਕਹਿੰਦੇ ਭੈ ਰੱਖਣਾ ਕੋਈ ਨਹੀਂ, ਕਬੀਰ ਸਾਹਿਬ ਕਹਿੰਦੇ ਭਲਾ ਹੋਇਆ, ਚੰਗਾ ਹੋਇਆ, ਮੈਨੂੰ ਇੱਕ ਭੈ ਮਿਲ ਗਿਆ, ਉਸ ਭੈ ਵਿੱਚ ਮੇਰਾ ਜੀਵਨ ਸਵਰ ਗਿਆ। ਉਹ ਭੈ ਕਿਹੜਾ ਹੈ? ਉਹਦੇ ਚ ਕਬੀਰ ਸਾਹਿਬ ਨੇ ਕਿਹਾ, ਕਬੀਰ ਭਲੀ ਪਈ ਜੋ ਭਉ ਭਰਿਆ। ਭਉ ਦਾ ਅਰਥ ਡਰ ਹੋ ਗਿਆ ਨਾ, ਚੰਗਾ ਹੋਇਆ, ਭਲੀ ਭਰੀ ਦਾ ਮਤਲਬ ਚੰਗਾ ਹੋਇਆ। ਕਬੀਰ ਭਲੀ ਪਈ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ। ਜਿਹੜਾ ਮਨ ਇੱਧਰ ਉੱਧਰ ਦੌੜਦਾ ਫਿਰਦਾ ਸੀ ਨਾ, ਭੱਜਾ ਫਿਰਦਾ ਸੀ, ਉਹ ਐਉਂ ਟੇਕਿਆ, ਓਰਾ ਗਰ ਪਾਣੀ ਭਇਆ। ਓਰਾ ਦਾ ਮਤਲਬ ਗੜਾ, ਜਦੋਂ ਮੀਂਹ ਪੈਂਦਾ ਬਰਸਾਤ ਹੁੰਦੀ ਹੈ ਗੜੇ ਡਿੱਗਦੇ ਆ ਨਾ। ਕਬੀਰ ਸਾਹਿਬ ਕਹਿੰਦੇ ਓਰਾ ਗਰ ਪਾਣੀ ਭਇਆ, ਜਾਏ ਮਿਲਿਓ ਢਲ ਪੂਲ। ਜਿਵੇਂ ਗੜਾ ਡਿੱਗਿਆ ਜ਼ਮੀਨ ਦੇ ਉੱਤੇ, ਕੁਝ ਸਮੇਂ ਬਾਅਦ ਪਾਣੀ ਬਣ ਕੇ ਉਹ ਜਾ ਆਪਣੇ ਆਪੇ ਦੇ ਨਾਲ ਮਿਲਿਆ, ਆਪਣੇ ਸਾਗਰ ਨਾਲ, ਸਮੁੰਦਰ ਨਾਲ ਜਿੱਥੋਂ ਵਿਛੜਿਆ ਉਹਦੇ ਨਾਲ ਜਾ ਕੇ ਮਿਲ ਗਿਆ। ਕਬੀਰ ਸਾਹਿਬ ਕਹਿੰਦੇ ਚੰਗਾ ਹੋਇਆ ਮੇਰੇ ਅੰਦਰ ਰੱਬ ਦਾ ਡਰ ਆਇਆ, ਉਸ ਰੱਬ ਦੇ ਡਰ ਨੇ ਮੈਨੂੰ ਪਰਮਾਤਮਾ ਦੇ ਨੇੜੇ ਇੰਨਾ ਲੈ ਗਿਆ ਕਿ ਮੈਂ ਉਹਦੇ ਵਰਗਾ ਹੀ ਹੋ ਗਿਆ। ਇਹਦਾ ਮਤਲਬ ਹੋ ਗਿਆ ਵੀ ਇਹ ਭਾਉ ਚੰਗਾ ਹੈ, ਇਹ ਭਾਉ ਭਲਾ ਹੈ, ਚੰਗੀ ਗੱਲ ਦੇ ਵਿੱਚ ਮਹਾਰਾਜ ਨੇ ਕਿਹਾ। ਹੁਣ ਆਓ ਹੋਰ ਸਮਝੀਏ, ਜਦੋਂ ਕੁਝ ਭੈ ਗੁਰਬਾਣੀ 'ਚ ਉਹ ਦਿੱਤੇ ਗਏ ਜੀਵ ਦੇ ਭਲੇ ਵਾਸਤੇ। ਇੱਕ ਬਾਬਾ ਫਰੀਦ ਸਾਹਿਬ ਦਾ ਸ਼ਬਦ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੇਖ ਫਰੀਦਾ ਜੇ ਤੀਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਦੇਖੋ ਭਾਈ, ਜੇ ਫਰੀਦਾ ਦੇਖ ਕਪਾਹ ਜੇ ਤੀਆ, ਜੇ ਸਿਰ ਥੀਆ ਤਿਲਾ, ਕਾਮ ਆਤੇ ਅਰ ਕਾਗ ਦੇ ਪੁੰਨੇ ਕੋਇਲਿਆਂ। ਹੁਣ ਇਹ ਸਾਰੇ ਡਰ ਨੇ। ਕਬੀਰ ਬਾਬਾ ਫਰੀਦ ਸਾਹਿਬ ਕਹਿੰਦੇ ਕਦੀ ਕਮਾਦ ਵੱਲੇ ਵੇਖੋ ਦੀ ਕੀ ਹਾਲਤ ਹੁੰਦੀ ਹੈ, ਕਦੀ ਕਪਾਹ ਵੱਲੇ ਵੇਖੋ ਉਹਦੀ ਹਾਲਤ ਕੀ ਹੁੰਦੀ ਹੈ, ਕਪਾਹ ਦੀ ਕਿਵੇਂ ਉਹਨੂੰ ਪਿੰਜਿਆ ਜਾਂਦਾ, ਉਹ ਵੇਲ ਦੇ ਵਿੱਚ ਦੀ ਕੱਢਿਆ ਜਾਂਦਾ ਹੈ। ਪਿੰਜਣ ਤੋਂ ਬਾਅਦ ਜੋ ਉਹਦੀ ਹਾਲਤ ਹੁੰਦੀ ਹੈ ਉਸ ਕਪਾਹ ਦੀ, ਇਹ ਸਾਨੂੰ ਸਭ ਨੂੰ ਪਤਾ। ਚਲੋ ਅੱਜ ਤਾਂ ਕਪਾਹਾਂ ਨਾ ਖਤਮ ਰਹੀਆਂ ਸਨ ਤੇ ਕੱਪੜਾ ਪਾਉਣ ਦਾ ਪਤਾ, ਪਰ ਬਣਦਾ ਕਿਵੇਂ ਇਹਦਾ ਕਿਸੇ ਨੂੰ ਕੋਈ ਨਹੀਂ ਪਤਾ। ਭਾਈ ਗੁਰਦਾਸ ਜੀ ਕਹਿੰਦੇ ਨੇ ਹੋਗਾ ਬੜੇਵਾ ਜੱਗ ਵਿੱਚ ਬੀਜੇ ਤਨਕੇ ਨਾਲ ਲਾਇਆ, ਬੂਟੀ ਹੋਈ ਕਪਾਹ ਦੀ ਟਿੰਡੇ ਹੱਸ ਹੱਸ ਆਪ ਗਵਾਇਆ। ਕਹਿੰਦੇ ਜਦੋਂ ਨਿੱਕਾ ਜਿਹਾ ਬੜੇਵਾ ਸੀ ਜ਼ਮੀਨ ਦੇ ਵਿੱਚ ਨੱਪਿਆ, ਸਭ ਨੂੰ ਪਤਾ ਉਹਨੂੰ ਬੀਜਣ ਦਾ ਇੱਕ ਢੰਗ ਤਰੀਕਾ ਹੈ। ਪਹਿਲਾਂ ਸਵਾਹ 'ਚ ਰੱਖਣਾ ਪੈਂਦਾ ਉਹਨੂੰ, ਉਹ ਪਹਿਲਾਂ ਸਵਾਹ 'ਚ ਰਹਿੰਦਾ, ਫਿਰ ਜ਼ਮੀਨ 'ਚ ਜਾਂਦਾ, ਉਸ ਤੋਂ ਬਾਅਦ ਬੂਟੀ ਤਿਆਰ ਹੁੰਦੀ ਹੈ, ਉਹਨੂੰ ਫਿਰ ਤੋੜ ਕੇ ਲਿਆਂਦਾ ਜਾਂਦਾ ਟਿੰਡਿਆਂ ਨੂੰ, ਫਿਰ ਉਸ ਨੂੰ ਬਾਅਦ ਵਿੱਚ ਜਿਸ ਤਰ੍ਹਾਂ ਸਾਰਾ ਕੁਝ ਹੁੰਦਾ ਸਾਨੂੰ ਸਭ ਨੂੰ ਪਤਾ ਵੇਲਣੇ ਵਿੱਚ ਦੀ ਉਹਦੀ ਕੀ ਹਾਲਤ ਹੁੰਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਦੀ ਕਪਾਹ ਵੱਲੇ ਵੇਖੋ, ਕਦੀ ਕਮਾਦ ਵੱਲੇ ਵੇਖੋ ਜਦੋਂ ਪੀੜਿਆ ਜਾਂਦਾ ਉਸ ਨੂੰ, ਤੇ ਕਦੀ ਤਿਲਾਂ ਵੱਲੇ ਵੇਖੋ ਜਦੋਂ ਕੋਲੂ ਵਿੱਚ ਦੀ ਕੱਢੇ ਜਾਂਦੇ ਆ। ਤੇ ਕੁੰਨੇ ਕੋਇਲਿਆ, ਕੁੰਨਾ ਕਹਿੰਦੇ ਨੇ, ਅੱਜ ਦੇ ਸੌਖੇ ਮੈਂ ਸ਼ਬਦ ਵਰਤਾਂਗਾ। ਕੁੰਨੇ ਦਾ ਮਤਲਬ ਕਹਿ ਲਓ ਪਤੀਲਾ, ਵੈਸੇ ਇਹਦਾ ਅਰਥ ਹਾਂਡੀ ਹੈ, ਜੋ ਅਸੀਂ ਮਿੱਟੀ ਦਾ ਬਰਤਨ ਭਾਂਡਾ ਜਿਹੜਾ ਅਸੀਂ ਚੁੱਲ੍ਹੇ ਉੱਤੇ ਰੱਖਦੇ ਹਾਂ, ਉਹਦਾ ਮਤਲਬ ਇਹ ਹੈ। ਪਰ ਅੱਜ ਦੇ ਸੌਖੇ ਢੰਗ 'ਚ ਅਸੀਂ ਕਹਿਣਾ ਪਏਗਾ ਕਿ ਚੁੱਲ੍ਹੇ ਤੇ ਰੱਖਿਆ ਹੋਇਆ ਬਰਤਨ ਭਾਂਡਾ ਹੈ। ਤੇ ਕੋਇਲਿਆਂ ਦਾ ਮਤਲਬ ਹੋ ਗਿਆ ਕੋਲੇ। ਕੋਲੇ ਦੋ ਵਾਰਾਂ ਗੁਰਮੁਖੋ ਤੁਹਾਨੂੰ ਪਤਾ ਹੋਏਗਾ ਕਿ ਦੋ ਵਾਰਾਂ ਸਜ਼ਾ ਮਿਲਦੀ ਕੋਲਿਆਂ ਨੂੰ। ਇੱਕ ਵਾਰ ਜਦੋਂ ਲੱਕੜ ਇਹਦੀ ਬਾਲੀ ਜਾਂਦੀ ਹੈ, ਉਸ ਤੋਂ ਬਾਅਦ ਠੰਡੇ ਕਰਕੇ ਦੁਬਾਰਾ ਫਿਰ ਬਾਲੇ ਜਾਂਦੇ ਆ, ਦੁਬਾਰਾ ਫਿਰ ਆਪੇ ਸੁੱਕੇ ਜਾਂਦੇ ਆ, ਕੋਈ ਉਹਨਾਂ ਦੀ ਹਾਲਤ ਹੁੰਦੀ ਹੈ। ਹੁਣ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਪੜ੍ਹੀਏ ਤੇ ਲੱਗਦਾ ਵੀ ਇੰਨਾ ਡਰਾ ਰਹੇ ਨੇ ਬਾਬਾ ਫਰੀਦ ਸਾਹਿਬ। ਉਹ ਕਹਿੰਦੇ ਕਪਾਹ ਵੱਲੇ ਵੇਖ, ਕਮਾਦ ਵੱਲੇ ਵੇਖ, ਤਿਲਾਂ ਵੱਲੇ ਵੇਖ, ਚੁੱਲ੍ਹੇ ਉੱਤੇ ਰੱਖਿਆ ਹੋਇਆ ਬਰਤਨ ਉਹਦੇ ਵੱਲੇ ਵੇਖ, ਤੇ ਕੋਲੇ ਕਿਵੇਂ ਮਗਦੇ ਉਹਨਾਂ ਵੱਲੇ ਵੇਖ, ਪਰ ਕਹਿੰਦੇ ਚੰਗਾ ਹੈ ਇਹ ਸਾਰਾ ਕੁਝ। ਫਰੀਦਾ ਦੇਖ ਕਪਾਹ ਜੇ ਤੀਆ, ਜੇ ਸਿਰ ਥੀਆ ਤਿਲਾ, ਕਾਮ ਆਤੇ ਅਰ ਕਾਗ ਦੇ ਪੁੰਨੇ ਕੋਇਲਿਆਂ, ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਇਹਦਾ ਮਤਲਬ ਇੱਕ ਭੈ ਦੇ ਦਿੱਤਾ ਵੀ ਜੇ ਤੂੰ ਮੰਦੇ ਅਮਲ ਕਰੇਗਾ ਤੇ ਇਹਨਾਂ ਸਜ਼ਾ ਦਾ ਤੂੰ ਹੱਕਦਾਰ, ਇਹ ਸਜ਼ਾ ਵੀ ਤੈਨੂੰ ਮਿਲੇਗੀ। ਇਹਦਾ ਮਤਲਬ ਇਹ ਜੀਵ ਦੇ ਭਲੇ ਵਾਸਤੇ ਚੰਗਾ ਡਰ ਸੀ, ਚੰਗੀ ਗੱਲ ਸੀ ਭੈ ਵਾਲੀ ਵੀ, ਡਰ ਮਨ। ਇੱਕ ਸ਼ਬਦ ਹੋਰ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਉਹਦੇ ਵਿੱਚ ਡਰ ਸ਼ਬਦ ਬਹੁਤ ਵਾਰੀ ਆਉਣਾ, ਪਰ ਮੈਂ ਉਹਦੀ ਵਿਆਖਿਆ ਕਰੀ ਚੱਲਾਂਗਾ। ਮਹਾਰਾਜ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ, ਡਰ ਘਰ ਘਰ ਡਰ 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 ਜਾਏ, ਸੋ ਡਰ ਗਿਆ ਜਿਤ ਡਰ ਡਰ ਪਾਏ। ਕਿੰਨੀ ਵਾਰਾ ਸ਼ਬਦ ਆਇਆ ਡਰ ਘਰ, ਇਹਦਾ ਘਰ ਦਾ ਅਰਥ ਹੋ ਗਿਆ ਵਾਹਿਗੁਰੂ। ਤੁਸੀਂ ਕਹੋਗੇ ਵਾਹਿਗੁਰੂ ਕਿਵੇਂ? ਘਰ ਦੇ ਅਰਥ ਬਹੁਤ ਜ਼ਿਆਦੇ ਨੇ, ਜਿਵੇਂ ਉਧਰ ਤੁਰ ਪਿਆ ਤੇ ਸਮਾਂ ਇੱਧਰ ਨਿਕਲ ਜਾਣਾ। ਘਰ ਦੇ ਅਰਥ ਬੜੇ ਜ਼ਿਆਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। 16 ਸਾਹਿਬ ਦਾ ਪਾਠ ਕਰਦੇ ਨਾ ਅਸੀਂ, ਉਹਦੇ 'ਚ 6 ਘਰ 6 ਗੁਰ 6 ਉਪਦੇਸ਼, ਤੇ ਘਰ ਦਾ ਅਰਥ ਸ਼ਾਸਤਰ ਨੇ, ਧਾਰਮਿਕ ਗ੍ਰੰਥ ਨੇ। ਜਦੋਂ ਅਸੀਂ ਕਹਿੰਦੇ ਆ ਘਰ ਦੂਜਾ, ਘਰ ਤੀਜਾ, ਘਰ ਚੌਥਾ, ਜਦੋਂ ਹੁਕਮਨਾਮਾ ਲੈ ਲਿਆ ਕਈ ਵਾਰ ਕਹਿੰਦੇ ਉੱਥੇ ਘਰ ਦਾ ਅਰਥ ਗਾਉਣ ਵਾਲੇ ਇਸ ਤਾਲ ਨਾਲ, ਰਾਗ ਨਾਲ ਸੰਬੰਧ ਹੈ। ਮੇਰਾ ਕਹਿਣ ਤੋਂ ਭਾਵ ਘਰ ਦੇ ਕਈ ਅਰਥ ਹੋ ਜਾਂਦੇ ਨੇ। ਤੇ ਇੱਥੇ ਮਹਾਰਾਜ ਕਹਿੰਦੇ ਨੇ ਡਰ ਘਰ ਘਰ ਡਰ
ਇਹਦਾ ਮਤਲਬ ਹੋ ਗਿਆ ਵਾਹਿਗੁਰੂ ਦਾ ਡਰ ਸਾਡੇ ਹਿਰਦੇ ਰੂਪੀ ਘਰ ਵਿੱਚ ਆ ਜਾਏ। ਅਰਥ ਸੌਖੇ ਸਮਝਾਉਣ ਦਾ ਮੈਂ ਯਤਨ ਕਰਨ ਲੱਗਿਆ। ਡਰ ਘਰ, ਘਰ ਡਰ, ਡਰ ਡਰ ਜਾਏ। ਇਹਦਾ ਮਤਲਬ ਹੋ ਗਿਆ ਇੱਕ ਵਾਹਿਗੁਰੂ ਦਾ ਡਰ ਹਿਰਦੇ ਰੂਪੀ ਘਰ ਵਿੱਚ ਆ ਗਿਆ, ਉਸ ਡਰ ਆਉਣ ਨਾਲ ਦੂਜਾ ਡਰ ਚਲਿਆ ਗਿਆ। ਅਰਥ ਫਿਰ ਸਮਝ ਆ ਗਿਆ। ਡਰ ਘਰ, ਘਰ ਡਰ, ਡਰ ਡਰ ਜਾਏ। ਇਹਦਾ ਮਤਲਬ ਵਾਹਿਗੁਰੂ ਦਾ ਡਰ ਹਿਰਦੇ ਰੂਪੀ ਘਰ ਵਿੱਚ ਆ ਗਿਆ, ਉਸ ਡਰ ਨਾਲ ਦੂਜੇ ਡਰ ਚਲੇ ਗਏ। ਤੇ ਮਹਾਰਾਜ ਕਹਿੰਦੇ ਸੋ ਡਰ ਕਿਹਾ ਜਿਤ ਡਰ ਡਰ ਪਾਏ। ਉਹ ਕਿਹੋ ਜਿਹਾ ਵਾਹਿਗੁਰੂ ਦਾ ਭੈ ਹੈ ਜਿਹਦਾ ਆਉਣ ਨਾਲ ਬਾਕੀ ਦੇ ਸਾਰੇ ਚਲੇ ਜਾਂਦੇ ਆ। ਜਿਹਨੂੰ ਮਹਾਰਾਜ ਨੇ ਬਾਣੀ ਚ ਕਿਹਾ ਕਿ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਖੈਰ ਮੈਂ ਇਹਦੇ ਤੇ ਹੋਰ ਜ਼ਿਆਦੀ ਵਿਆਖਿਆ ਨਾ ਕਰਾਂ। ਇਹਦੀ ਆਪਾਂ ਪਹਿਲਾਂ ਮੈਂ ਜ਼ਿਕਰ ਕੀਤਾ ਵੀ ਜਿਸ ਦਿਨ ਭੈ ਕਾਹੂ ਕੋ ਦੇਤ ਨੇ ਸ਼ਬਦ ਆਇਆ, ਖੁੱਲ ਕੇ ਵਿਆਖਿਆ ਕਰ ਲਈ ਸੀ। ਅੱਜ ਕਰਕੇ ਇਸ ਕਰਕੇ ਅੱਜ ਥੋੜੀ ਵਿਆਖਿਆ ਮੈਂ ਇਸ ਦੀ ਕਰ ਰਿਹਾ। ਸਿਰਫ ਇੱਕ ਵਾਰ ਸਮਝ ਲਿਓ ਕਿ ਜਿਹੜਾ ਜੀਵ ਦੇ ਅੰਦਰ ਇੱਕ ਭੈ ਬਣਿਆ ਹੋਇਆ, ਡਰ ਬਣਿਆ ਹੋਇਆ, ਕੁਝ ਨੇ ਜਿਹੜੇ ਸਾਰੀ ਜ਼ਿੰਦਗੀ ਨਾਲ ਰਹਿੰਦੇ, ਕੁਝ ਅਸੀਂ ਪੈਦਾ ਆਪ ਕੀਤੇ ਹੋਏ ਨੇ। ਤੇ ਮਹਾਰਾਜ ਕਹਿ ਰਹੇ ਨੇ ਕਿ ਜਿਹੜੇ ਆਪ ਪੈਦਾ ਕੀਤੇ ਹੋਏ ਡਰ ਨੇ, ਉਹਨਾਂ ਸਾਰੇ ਸਹਿਮ ਕਹਿ ਲਓ ਤੁਸੀਂ, ਚਿੰਤਾ ਝੋਰਾ ਕਹਿ ਲਓ, ਹੋਰ ਸੌਖਾ ਸਮਝ ਆ ਜਾਏਗਾ। ਜਿਹੜੇ ਅੰਦਰ ਮਨ ਦੇ ਨਾਲ ਤੁਰੇ ਜਾਂਦੇ ਨੇ, ਮਹਾਰਾਜ ਕਹਿੰਦੇ ਸਾਰੇ ਚਿੰਤਾ ਝੋਰੇ ਸਹਿਮ ਤੇਰੇ ਵਾਹਿਗੁਰੂ ਦੇ ਨਾਮ ਨਾਲ ਖਤਮ ਹੋ ਜਾਣਗੇ। ਭੈ ਨਾਸਨ ਦੁਰਮਤ ਹਰਨ। ਦੁਰਮਤ ਹੋ ਗਿਆ ਖੋਟੀ ਮਤ, ਭੈੜੀ ਬੁੱਧੀ, ਭੈੜੀ ਮਤ, ਇਹ ਵੀ ਰੱਬ ਦੇ ਭੈ ਨਾਲ ਦੂਰ ਹੁੰਦੀ ਜੇ। ਮਹਾਰਾਜ ਦੀ ਬਾਣੀ ਚ ਬਚਨ ਆਉਂਦਾ, ਮਹਾਰਾਜ ਕਹਿੰਦੇ ਜੇ ਅੰਦਰ ਭੈ ਹੋਵੇ ਤੇ ਭਾਉ। ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੀ ਜਿਹੜੀ ਸੰਗਤ ਬੈਠੀ ਹੈ, ਜਿੱਥੇ ਰੱਬ ਦੇ ਭਾਉ ਦੀ ਗੱਲ ਆਵੇਗੀ, ਉੱਥੇ ਰੱਬ ਦੇ ਭੈ ਦੀ ਗੱਲ ਆਵੇਗੀ, ਉੱਥੇ ਅਗਲਾ ਸ਼ਬਦ ਹੋਏਗਾ ਭਾਉ, ਪਿਆਰ। ਇਹਦਾ ਮਤਲਬ ਰੱਬ ਦਾ ਡਰ ਵਾਹਿਗੁਰੂ ਨਾਲ ਪਿਆਰ ਪੈਦਾ ਕਰਦਾ। ਸਤਿਗੁਰੂ ਦਾ ਬਚਨ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਭਾਉ ਉਪਜੇ ਭਾਵ ਬਿਨ ਭਗਤ ਨਾ ਹੋਏ ਤੇਰੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਬਿਨ ਭਾਉ ਨਾ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਇਹ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਨਾਲ ਅੰਦਰੋਂ ਜਦੋਂ ਉਹ ਭੈ ਪੈਦਾ ਹੁੰਦਾ, ਫਿਰ ਰੱਬ ਦੇ ਨਾਲ ਪਿਆਰ ਬਣਦਾ ਹੈ। ਖੈਰ ਮਹਾਰਾਜ ਕਹਿੰਦੇ ਨੇ ਕਿ ਦੁਰਮਤ, ਇਹ ਦੁਰਮਤ ਵੀ ਰੱਬ ਦੇ ਭੈ ਨਾਲ ਖਤਮ ਹੁੰਦੀ ਹੈ। ਇਹਦੇ ਬਾਰੇ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਇੱਕ ਫਰੀਦ ਸਾਹਿਬ ਦਾ ਸ਼ਲੋਕ ਤੇ ਅਗਲਾ ਗੁਰੂ ਅਮਰਦਾਸ ਦਾ ਸ਼ਲੋਕ, ਬੜੀ ਸੌਖੀ ਵਿਆਖਿਆ ਹੋ ਜਾਏਗੀ ਇਸ ਤੁਕ ਦੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਰੱਤੀ ਰਤ ਨਾ ਨਿਕਲੇ। ਮੈਂ ਜ਼ਿਕਰ ਕਰਨ ਲੱਗਿਆ ਭੈ ਨਾਲ ਦੁਰਮਤ ਕਿਵੇਂ ਖਤਮ ਹੋਣੀ ਹੈ, ਇਹਦੀ ਵਿਆਖਿਆ ਕਰਨ ਲੱਗਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਰੱਤੀ ਰਤ ਨਾ ਨਿਕਲੇ, ਜੇ ਤਨ ਚੀਰੈ ਕੋਏ, ਜੋ ਰਤੈ ਰੱਬ ਸਿਓ ਤਿਲ ਤਨ, ਜੋ ਤਨ ਰਤੈ ਰੱਬ ਸਿਓ ਤਿਲ ਤਨ ਰਤ ਨਾ ਹੋਏ। ਹੁਣ ਇਹਦੇ ਅਰਥ ਇਹ ਹੋ ਗਿਆ ਵੀ ਜਿਹੜੇ ਰੱਬ ਦੇ ਨਾਮ ਵਿੱਚ ਰੰਗੇ ਹੁੰਦੇ ਆ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਦਾ ਸਰੀਰ ਕੱਟ ਕੇ ਵੇਖੋ, ਲਹੂ ਨਹੀਂ ਨਿਕਲਦਾ ਉਹਨਾਂ ਦੇ। ਰਤ ਮੈਨੇ ਹੁੰਦਾ ਲਹੂ, ਖੂਨ, ਸਾਡਾ ਬਲੱਡ ਜਿਹੜਾ ਇਹ ਨਹੀਂ ਨਿਕਲਦਾ ਉਹਨਾਂ ਦੇ। ਭਾਵੇਂ ਤੁਸੀਂ ਸਰੀਰ ਦੇ ਕਿਸੇ ਹਿੱਸੇ 'ਚ ਚੀਰਾ ਦੇ ਦਿਓ, ਖੂਨ ਨਹੀਂ ਨਿਕਲੇਗਾ। ਕਿੰਨੀ ਕਿਰਪਾ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿ ਜਿਹੜੇ ਮਹਾਰਾਜ ਨੂੰ ਪਤਾ ਸੀ ਵੀ ਬੜੇ ਬੜੇ ਇਹੋ ਜਿਹੇ ਆ ਜਾਣੇ ਆ ਜਿਹੜੇ ਗੁਰੂ ਤੋਂ ਵੀ ਅੱਗੇ ਲੰਘਣ ਦੀਆਂ ਕੋਸ਼ਿਸ਼ਾਂ ਕਰਨਗੇ। ਉਹਨਾਂ ਨੇ ਕਹਿਣਾ ਆਹ ਬਾਬਾ ਫਰੀਦ ਸਾਹਿਬ ਨੇ ਕਿਵੇਂ ਲਿਖਤਾ, ਇਹ ਤਾਂ ਸਾਇੰਸ ਮੰਨਦੀ ਨਹੀਂ। ਅੱਜ ਵੀ ਤਾਂ ਅਸੀਂ ਕਹਿੰਦੇ ਆ ਨਾ ਆਹ ਕਿਵੇਂ, ਇਹ ਤਾਂ ਸਾਇੰਸ ਨਹੀਂ ਮੰਨਦੀ। ਯਾਦ ਰੱਖਿਓ, ਸਾਇੰਸ ਨੂੰ ਨਹੀਂ ਅਸੀਂ ਮਨਾਉਣਾ ਬਾਣੀ ਨਾਲ। ਅਸੀਂ ਨਹੀਂ ਕਹਿਣਾ ਵੀ ਸਾਇੰਸ ਨਹੀਂ ਮੰਨਦੀ। ਤੇ ਸਾਇੰਸ ਕਦੋਂ ਮੰਨਦੀ ਹੈ ਕਿ ਪ੍ਰਭ ਭਾਵੈ ਬਿਨ ਸਾਸ ਤੇ ਰਾਖੇ ਮੰਨਦੀ ਸਾਇੰਸ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ ਕਦੋਂ ਸਾਇੰਸ ਮੰਨਦੀ ਹੈ? ਮਹਾਰਾਜ ਦੀ ਬਾਣੀ ਕਹਿ ਰਹੀ ਹੈ ਵੀ ਜਿਹਨੂੰ ਚਾਹਵੇ ਤੇ ਰੱਖ ਸਕਦਾ। ਇੱਕ ਬਚਨ ਹੈ ਮਹਾਰਾਜ ਦੀ ਬਾਣੀ ਚ, ਮਹਾਰਾਜ ਕਹਿੰਦੇ ਸਾਰੇ ਜੀਵ ਜਿਹੜੇ ਮਾਸ ਖਾਂਦੇ ਐ, ਰੱਬ ਚਾਹਵੇ ਤੇ ਘਾਹ ਖਵਾ ਸਕਦਾ ਉਹਨਾਂ ਨੂੰ। ਜਿਹੜੇ ਘਾਹ ਖਾਂਦੇ ਉਹਨਾਂ ਨੂੰ ਮਾਸ ਖਵਾ ਸਕਦਾ ਹੈ। ਖੈਰ ਮੈਂ ਇੱਧਰ ਨਾ ਜਾਵਾਂ, ਵਿਸ਼ਾ ਇੱਕ ਅਲੱਗ ਹੋ ਜਾਣਾ। ਗੱਲ ਤਾਂ ਵਿੱਚੋਂ ਨਿਕਲ ਆਈ ਕਿ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਉਹਨਾਂ ਦੇ ਸਰੀਰ ਵਿੱਚੋਂ ਖੂਨ ਨਹੀਂ ਨਿਕਲਦਾ, ਰਤ ਨਹੀਂ ਨਿਕਲਦੀ। ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਜਾਂਦੇ ਐ। ਇੱਕ ਰਮਜ ਜਿਹੜੀ ਸ਼ਬਦ ਦੇ ਵਿੱਚ ਰੱਖ ਦਿੱਤੀ, ਉਹ ਗੁਰੂ ਅਮਰਦਾਸ ਨੇ ਖੋਲ ਦਿੱਤੀ ਵੀ ਬਾਬਾ ਫਰੀਦ ਸਾਹਿਬ ਜੀ ਤੁਸੀਂ ਤਾਂ ਬਹੁਤ ਉੱਚੀ ਗੱਲ ਕਰ ਗਏ ਹੋ, ਪਰ ਜਿਹੜਾ ਜੀਵ ਵਿਚਾਰਾ ਭੋਲਾ ਉਹਨੇ ਸਮਝਣਾ ਨਹੀਂ, ਉਹਨੇ ਤੁਹਾਡੀ ਗੱਲ ਨੂੰ ਹੋਰ ਤਰੀਕੇ ਨਾਲ ਲੈ ਲੈਣਾ ਹੈ। ਉਹਨੇ ਕਹਿਣਾ ਬਾਬਾ ਫਰੀਦ ਸਾਹਿਬ ਕਹਿੰਦਾ ਰੱਬ ਦੇ ਪਿਆਰਿਆਂ 'ਚ ਖੂਨ ਨਹੀਂ ਹੁੰਦਾ ਤੇ ਇਹ ਤੋਂ ਬਿਨਾਂ ਜੀਵਨ ਨਹੀਂ ਹੈ। ਫਿਰ ਗੁਰੂ ਅਮਰਦਾਸ ਖੋਲਦੇ ਨੇ ਉਸ ਗੱਲ ਨੂੰ। ਮਹਾਰਾਜ ਅੱਗੇ ਕਹਿੰਦੇ ਮਹਿਲਾ ਤੀਜਾ ਗੁਰੂ ਅਮਰਦਾਸ ਦਾ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਤਨ ਸਭੋ ਰਤ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਰਤ ਤੋਂ ਬਿਨਾਂ ਬਾਬਾ ਫਰੀਦ ਸਾਹਿਬ ਜੀ ਖੂਨ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇਹ ਤਨ ਰਤ ਤੋਂ ਬਿਨਾਂ ਖੂਨ ਤੋਂ ਬਿਨਾਂ ਨਹੀਂ ਹੋ ਸਕਦਾ। ਜੋ ਰਤੇ ਸ਼ੈ ਆਪਣੇ, ਜਿਹੜੇ ਬਾਬਾ ਫਰੀਦ ਸਾਹਿਬ ਤੁਸੀਂ ਕਿਹਾ ਨਾ ਕਿ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਜਾਂਦੇ, ਤੁਸੀਂ ਕਹਿੰਦੇ ਹੋ ਖੂਨ ਨਹੀਂ ਹੁੰਦਾ, ਬਲੱਡ ਨਹੀਂ ਹੁੰਦਾ।
क्या तुसी भी ਉਹੀ ਹੈ ਪਰ ਰਮਜ ਰੱਖ ਦਿੱਤੀ। ਗੁਰੂ ਅਮਰਦਾਸ ਕਹਿੰਦੇ ਮੈਂ ਖੋਲ ਦਿੰਦਾ ਉਸ ਰਮਜ ਨੂੰ। ਇਹ ਤਨ ਸਭੋ ਰਤ ਹੈ ਰਤ ਬਿਦ ਤਨ ਨਾ ਹੋਏ, ਜੋ ਰਤੇ ਸ਼ੈ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਉਹ ਲੋਭ ਦੀ ਰਤ ਨਹੀਂ ਹੁੰਦੀ ਉਹਨਾਂ 'ਚ, ਲੋਭ ਦਾ ਖੂਨ ਨਹੀਂ ਹੁੰਦਾ, ਲੋਭ ਦੀ ਰਤ ਵਿੱਚੋਂ ਨਿਕਲ ਜਾਂਦੀ। ਇਹਦਾ ਮਤਲਬ ਬਾਬਾ ਫਰੀਦ ਸਾਹਿਬ ਵੀ ਉਹੀ ਗੱਲ ਕਹਿ ਰਹੇ ਨੇ, ਪਰ ਰਮਜ ਜਿਹੜੀ ਵਿੱਚ ਰੱਖੀ ਸੀ ਗੁਰੂ ਅਮਰਦਾਸ ਨੇ ਖੋਲ ਦਿੱਤੀ। ਅਗਲੀਆਂ ਤੁਕਾਂ ਨੇ ਮਹਾਰਾਜ ਕਹਿੰਦੇ ਭੈ ਪੈ ਤਨ ਖੀਣ ਹੋਏ। ਆ ਹੈ ਭੈ ਨਾਲ ਦੁਰਮਤ ਦਾ ਨਾਸ਼ ਹੋਣਾ। ਭੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜੋ ਬੈਸੰਤਰ ਧਾਤ ਸ਼ੁੱਧ ਹੋਏ। ਜੋ ਸੋਨਾ ਅੱਗ ਵਿੱਚ ਰੱਖੋ ਤੇ ਸ਼ੁੱਧ ਹੋ ਜਾਂਦਾ, ਤੇ ਉਹ ਹਰ ਕਾ ਭਾਉ ਕੀ ਕਰਦਾ? ਦੁਰਮਤ ਮੈਲ ਗਵਾਏ। ਆ ਗਈਆਂ ਦੋਨੋਂ ਗੱਲਾਂ। ਭੈ ਨਾਸੋ ਦੁਰਮਤ ਧਰਨ ਕਰ ਮੈਂ ਹਰ ਕੋ ਨਾਮ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜੋ ਬੈਸੰਤਰ ਧਾਤ ਸ਼ੁੱਧ ਹੋਏ, ਤੇ ਉਹ ਹਰ ਕਾ ਭਾਉ ਦੁਰਮਤ ਮੈਲ ਗਵਾਏ। ਮਹਾਰਾਜ ਕਹਿੰਦੇ ਹਰੀ ਦਾ ਜਿਹੜਾ ਪਰਮਾਤਮਾ ਦਾ ਭੈ ਦੁਰਮਤ ਦਾ ਨਾਸ਼ ਕਰ ਦਿੰਦਾ, ਖਤਮ ਹੋ ਜਾਂਦੀ ਹੈ। ਅੱਗੇ ਮਹਾਰਾਜ ਕਹਿੰਦੇ ਕਲ ਮੈਂ ਹਰ ਕੋ ਨਾਮ। ਇਹ ਜਿਹੜਾ ਸਮਾਂ ਮਿਲਿਆ ਸਾਨੂੰ ਸਾਰਿਆਂ ਨੂੰ, ਇਹਦੇ ਵਿੱਚ ਵਾਹਿਗੁਰੂ ਦੇ ਨਾਮ ਨਾਲ ਇਹ ਚੀਜ਼ਾਂ ਜਿਹੜੀਆਂ ਭੈ ਖਤਮ ਹੋਣਾ ਤੇ ਦੁਰਮਤ ਨੇ ਖਤਮ ਹੋਣਾ ਹੈ। ਭੈ ਨਾਸੁ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ। ਨਿਸ ਦਿਨ ਦਾ ਮਤਲਬ ਹੈ ਦਿਨ ਰਾਤ ਉਹਨੂੰ ਯਾਦ ਕਰੇਗਾ, ਸਫਲ ਹੋਵੇ ਤੇ ਕਾਮ। ਮਾਰੇ ਕਹਿੰਦੇ ਤੇਰਾ ਜ਼ਿੰਦਗੀ ਦਾ ਕਾਰ ਜਿਹੜਾ ਕੰਮ ਹੈ ਸਫਲ ਹੋ ਜਾਏਗਾ। ਅਗਲਾ ਸ਼ਲੋਕ ਜਿਹਬਾ ਗੁਣ ਗੋਬਿੰਦ ਭਜੋ। ਜਿਹਬਾ ਦਾ ਮਤਲਬ ਹੋ ਗਿਆ ਜ਼ਬਾਨ, ਗੋਬਿੰਦ ਦੇ ਗੁਣ ਜਪੋ, ਨੂੰ ਯਾਦ ਕਰੋ। ਜਿਹਬਾ ਗੁਣ ਗੋਬਿੰਦ ਭਜੋ, ਕੰਨ ਸੁਣੋ ਹਰ ਨਾਮ। ਮਹਾਰਾਜ ਕਹਿੰਦੇ ਜ਼ਬਾਨ ਨਾਲ ਜਪੋ ਤੇ ਕੰਨਾਂ ਨਾਲ ਸੁਣੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੇ ਸਾਡੇ ਗੁਰਮੁਖ ਇੰਦਰੇ ਨੇ, ਇਹ ਗਿਆਨ ਇੰਦਰੇ ਤੇ ਕਰਮ ਇੰਦਰੀਆਂ ਦੇ ਵਿੱਚੋਂ ਤਿੰਨਾਂ ਤੇ ਮਹਾਰਾਜ ਨੇ ਬੜਾ ਜ਼ੋਰ ਦਿੱਤਾ ਹੈ। ਬਾਕੀਆਂ ਤੇ ਘੱਟ ਹੈ ਤਿੰਨਾਂ ਦੇ ਉੱਤੇ। ਇੱਕ ਜ਼ੁਬਾਨ ਹੋ ਗਈ, ਇੱਕ ਸਾਡੇ ਨੇਤਰ ਹੋ ਗਏ, ਇੱਕ ਸਾਡੇ ਕੰਨ ਹੋ ਗਏ। ਇਹ ਤਿੰਨ ਇੰਦਰੀਆਂ ਉੱਤੇ ਗੁਰਬਾਣੀ ਬਹੁਤ ਜ਼ੋਰ ਦਿੰਦੀ ਹੈ। ਜਿਵੇਂ ਮਹਾਰਾਜ ਨੇ ਗੁਰੂ ਅਮਰਦਾਸ ਦੇ ਬਾਣੀ ਆਨੰਦ ਸਾਹਿਬ ਦੇ ਵਿੱਚ ਮਹਾਰਾਜ ਨੇ ਤਿੰਨਾਂ ਪੌੜੀਆਂ ਵਿੱਚ ਤਿੰਨਾਂ ਇੰਦਰੀਆਂ ਦਾ ਜ਼ਿਕਰ ਕੀਤਾ। ਇਹ ਰਸਨਾ ਤੂੰ ਅੰਦਰ ਰਸ ਰਾਜ ਰਹੀ, ਜ਼ੁਬਾਨ ਦਾ ਜ਼ਿਕਰ ਆ ਗਿਆ। ਇਹ ਰਸਨਾ ਤੂੰ ਅੰਦਰ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰਸ ਪਲੇ ਨਾ ਪਾਏ। ਹਰਸ ਪਾਏ ਪੱਲੇ ਪੀਏ, ਹਰਸ ਬਹੁ ਨਾ ਤਿਸ਼ਨਾ ਲਾਗੇ। ਇਹ ਹਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ। ਕਹਿ ਨਾਨਕ ਹੋਰ ਅੰਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਇਹਦਾ ਮਤਲਬ ਹਰੀ ਦਾ ਨਾਮ ਤੇਰੀ ਰਸਨਾ ਤੇ ਆ ਜਾਏ ਤੇ ਫਿਰ ਦੂਸਰਾ ਰਸ ਚਲਿਆ ਜਾਏਗਾ। ਸ਼ਬਦ ਤੁਸੀਂ ਸਰਵਣ ਕੀਤਾ ਸੀ, ਰਾਮ ਰਸ ਪੀਆ ਰੇ। ਜੇ ਰਸ ਵਿਸਰ ਗਏ ਰਸ, ਔਰ ਉਹ ਸਾਰੇ ਰਸ ਚਲੇ ਗਏ ਜਦੋਂ ਨਾਮ ਦਾ ਰਸ ਆ ਗਿਆ। ਅੱਗੇ ਮਹਾਰਾਜ ਕਹਿੰਦੇ ਇਹ ਸ਼ਰਵਣੋਂ ਮੇਰਿਓ ਸਾਚਾ ਸੁਣਨਿਆਂ ਨੂੰ ਪਠਾਏ। ਇਹਦਾ ਮਤਲਬ ਇਸ ਕੰਨਾਂ ਦਾ ਜ਼ਿਕਰ ਆ ਗਿਆ। ਇਹ ਸ਼ਰਵਣੋਂ ਮੇਰਿਓ ਸਾਚਾ ਸੁਣਨਿਆਂ ਨੂੰ ਪਠਾਏ, ਸਾਚਾ ਸੁਣਨਿਆਂ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੁਆ। ਰਸਨਾ ਰਸ ਮਾਣੀ, ਸਾਚਿਆ ਲੱਖ ਵਡਾਣੀ। ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਸਾਚਾ ਸੁਣਨਿਆਂ ਨੂੰ ਪਠਾਏ। ਇਹ ਦੋਹਾਂ ਦਾ ਜ਼ਿਕਰ ਆ ਗਿਆ। ਤੀਸਰੇ ਚ ਮਹਾਰਾਜ ਕਹਿੰਦੇ ਨੇ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋੜ ਧਰੀ। ਹਰ ਬਿਨਿਆਵਰ ਨਾ ਦੇਖੋ ਕੋਈ, ਹਰ ਬਿਨਿਆਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ। ਇਹ ਵਿਸ਼ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨਾ ਵਰਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਹੈ, ਦਿਵ ਦ੍ਰਿਸ਼ਟ ਹੋਈ। ਇਹਦਾ ਮਤਲਬ ਤਿੰਨਾਂ ਦਾ ਜ਼ਿਕਰ ਆ ਗਿਆ। ਪਰ ਅੱਜ ਮਹਾਰਾਜ ਕਹਿੰਦੇ ਨੇ ਜੇਬਾਂ ਨਾਲ ਤੇ ਕੰਨਾਂ ਦਾ, ਦੋਵਾਂ ਦਾ ਜ਼ਿਕਰ ਕੀਤਾ ਬਾਣੀ ਚ ਮਹਾਰਾਜ ਨੇ। ਸਤਿਗੁਰੂ ਦਾ ਬਚਨ ਆਉਂਦਾ ਹੈ, ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਜੋ ਮਹਾਰਾਜ ਕਹਿੰਦੇ ਪ੍ਰਭੂ ਦੇ ਨਾਮ ਨੂੰ ਚੇਤੇ ਕਰਦੀ ਹੈ। ਫਿਰ ਮਹਾਰਾਜ ਕਹਿੰਦੇ ਸਿੱਖ ਕਰ ਸ਼ਰਵਣ ਭਰੇ, ਸ਼ੋਭਨੀਕ ਹੈ ਮੇਰੀ ਜਿੰਦੜੀਏ। ਇਹ ਮੇਰੀਏ ਜਿੰਦੇ ਤੇ ਕੰਨ ਬੜੇ ਸ਼ੋਭਨੀਕ ਨੇ, ਜੋ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਯਾਦ ਕਰ ਸੁਣਦੇ ਨੇ ਜਿਹੜੇ। ਇਹਦਾ ਮਤਲਬ ਬਾਣੀ ਚ ਮਹਾਰਾਜ ਨੇ ਕਿਹਾ ਵੀ ਸੁਣੋ ਤੇ ਜਪੋ। ਦੋ ਗੱਲਾਂ ਕੀਤੀਆਂ ਮਹਾਰਾਜ ਨੇ। ਕਹਿੰਦਾ ਜਿਹੜਾ ਜ਼ੁਬਾਨ ਨਾਲ ਜਪੇ। ਬਾਣੀ ਚ ਬੜੇ ਜ਼ਿਕਰ ਆਉਂਦੇ ਨੇ, ਜੇਬਾ ਬੋਲੋ ਜਸ ਜੇਬਾ, ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੈ। ਇੱਕ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਮਹਾਰਾਜ ਕਹਿੰਦੇ ਨੇ ਇਹ ਬੜੀ ਛੇਤੀ ਛੇਤੀ ਜ਼ੁਬਾਨ ਸਾਡੀ ਬੋਲਦੀ ਹੈ, ਕਾਲੀ ਕਾਲੀ ਵਿੱਚ ਬੋਲਦੀ ਹੈ। ਪਰ ਮਹਾਰਾਜ ਕਹਿੰਦੇ ਇਹਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਓ। ਇੱਕ ਥਾਂ ਤੇ ਮਹਾਰਾਜ ਥੋੜਾ ਜਿਹਾ ਭੈ ਵੀ ਦਿੱਤਾ ਹੈ। ਉਹਦੇ ਚ ਮਹਾਰਾਜ ਕਹਿੰਦੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਏ।
महाराज कहते ਇਹਦਾ ਕੀ ਲਾਭ ਹੈ ਵੀ ਜੇ ਜਾਪ ਨਹੀਂ ਕਰਦੀ ਉਹਨੂੰ ਯਾਦ ਨਹੀਂ ਕਰਦੀ ਪਰਮਾਤਮਾ ਨੂੰ। ਇਹਦਾ ਮਤਲਬ ਉੱਥੇ ਕਿਹਾ ਵੀ ਜ਼ੁਬਾਨ ਤੈਨੂੰ ਵਾਹਿਗੁਰੂ ਦਾ ਯਾਦ ਕਰਨਾ ਚਾਹੀਦਾ। ਹੁਣ ਮੈਂ ਥੋੜੀ ਜਿਹੀ ਬੇਨਤੀ ਕਰਦੇ ਆ ਵੀ ਕਿਉਂ ਉਹਨੂੰ ਯਾਦ ਕਰਨ ਵਾਸਤੇ ਕਿਹਾ। ਮਹਾਰਾਜ ਨੇ ਨਾ ਇੱਕ ਸ਼ਬਦ ਦੇ ਵਿੱਚ 12 ਉਦਾਹਰਨਾਂ ਦਿੱਤੀਆਂ। ਸਮਝੋ ਮੇਰੀ ਬੇਨਤੀ ਨੂੰ ਗੁਰਮੁਖੋ। 12 ਪ੍ਰਮਾਣ 12 ਦ੍ਰਿਸ਼ਟਾਂਤ ਉਦਾਹਰਨ ਦੇ ਕੇ ਕਿਹਾ ਵੀ ਕਿਉਂ ਜਪਣਾ ਹੈ, ਕਿਉਂ ਕਿਹਾ ਜ਼ਬਾਨ ਨੂੰ ਤੂੰ ਉਹਨੂੰ ਯਾਦ ਕਰ ਯਾਦ ਕਰ। ਮਹਾਰਾਜ ਕਹਿੰਦੇ ਆਓ ਤੁਹਾਨੂੰ ਦੱਸੀਏ। ਇਸ ਕਰਕੇ ਕਿਹਾ ਜੇ ਯਾਦ ਕਰਨ ਲਈ। ਉਹਦੇ ਚ ਮਹਾਰਾਜ ਨੇ ਬੜੀ ਕਿਰਪਾ ਕਰ ਦਿੱਤੀ। ਉਹ ਤੁਕਾਂ ਨੇ ਬੂੜਤ ਕੋ ਜੈਸੇ ਬੇੜੀ ਮਿਲਤ। ਹੁਣ ਵੇਖੋ ਇੱਕ ਇੱਕ ਬੰਦ ਵਿੱਚ 4 ਉਦਾਹਰਨਾਂ ਨੇ ਤੇ ਤਿੰਨਾਂ ਬੰਦਾਂ ਵਿੱਚ 12 ਉਦਾਹਰਨਾਂ ਮਹਾਰਾਜ ਦੇਣਗੇ। ਬੂੜਤ ਕੋ ਜੈਸੇ ਬੇੜੀ ਮਿਲਤ। ਬੂੜਤ ਦਾ ਮਤਲਬ ਹੋ ਗਿਆ ਡੁੱਬਦੇ ਬੰਦੇ ਨੂੰ ਜਿਵੇਂ ਬੇੜੀ ਮਿਲ ਜਾਏ। ਅਰਥ ਬੜੇ ਸੌਖੇ ਜਿਹੇ ਨੇ, ਮੈਂ ਫਿਰ ਵੀ ਕਰੀ ਚੱਲਾਂਗਾ। ਬੂੜਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੈ ਖੀਰ। 4 ਉਦਾਹਰਨਾਂ ਪਹਿਲੇ ਬੰਦ ਵਿੱਚ ਜੇ। ਜਿਵੇਂ ਡੁੱਬਦੇ ਬੰਦੇ ਨੂੰ ਬੇੜੀ ਮਿਲ ਗਈ, ਬੁਝਦੇ ਦੀਵੇ ਨੂੰ ਤੇਲ ਮਿਲ ਗਿਆ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਵੇਂ ਬੱਚੇ ਨੂੰ ਦੁੱਧ ਮਿਲ ਜਾਂਦਾ ਹੈ। ਬੂੜਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ। ਜਿਵੇਂ ਜਲ ਰਿਹਾ ਹੋਵੇ, ਕਿਤੇ ਅੱਗ ਲੱਗੀ ਹੋਵੇ ਤੇ ਪਾਣੀ ਮਿਲ ਜਾਏ। ਜੈਸੇ ਬਾਰਕ ਮੁਖ ਹੈ ਖੀਰ। ਇਹਦਾ ਮਤਲਬ ਜੇ ਬੱਚੇ ਨੂੰ ਭੁੱਖ ਲੱਗੀ ਹੋਵੇ ਤੇ ਦੁੱਧ ਮਿਲ ਜਾਏ। ਰੱਬ ਦਾ ਨਾਮ ਕਿਉਂ ਜਪਣਾ, ਮੈਂ ਇਹਦੇ ਤੇ ਬੋਲਣ ਲੱਗਿਆ। ਕਿਉਂ ਯਾਦ ਕਰਨਾ ਉਹਨੂੰ। ਮਹਾਰਾਜ ਕਹਿੰਦੇ 4 ਉਦਾਹਰਨਾਂ ਦੇਖ। ਜਿਵੇਂ ਡੁੱਬਦੇ ਨੂੰ ਬੇੜੀ ਮਿਲ ਜਾਏ, ਜਿਵੇਂ ਤੇਲ ਬੁਝਦਾ ਹੋਵੇ ਤੇ ਦੀਵਾ ਬੁਝਦਾ ਹੋਵੇ ਤੇਲ ਮਿਲ ਜਾਏ, ਇਸੇ ਤਰ੍ਹਾਂ ਜਲਦੇ ਹੋਏ ਨੂੰ ਪਾਣੀ ਮਿਲ ਜਾਏ ਤੇ ਬੱਚੇ ਨੂੰ ਦੁੱਧ ਮਿਲ ਜਾਏ। ਇਸੇ ਤਰ੍ਹਾਂ ਰੱਬ ਦਾ ਨਾਮ ਤੇਰੀ ਸਹਾਇਤਾ ਕਰੇਗਾ। ਐਸੋ ਸਹਾਈ ਹਰ ਕੋ ਨਾਮ। ਇਸ ਤਰ੍ਹਾਂ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ। ਅਗਲੇ ਬੰਦ ਵਿੱਚ ਫਿਰ 4 ਉਦਾਹਰਨ ਦੇਣਗੇ ਮਹਾਰਾਜ। ਸਤਿਗੁਰੂ ਮਹਾਰਾਜ ਕਹਿੰਦੇ ਜੈਸੇ ਰਣ ਮੈਂ ਸਖਾ ਭਰਾਤ, ਜੈਸੇ ਭੂਖੇ ਭੋਜਨ ਮਾਤ, ਜੈਸੇ ਬਸੈ ਕਿਰਖ ਮੇਘ, ਜੈਸੇ ਸ਼ਰਨ ਪਾਲਣ ਸਿੰਘ। 4 ਉਦਾਹਰਨਾਂ ਫਿਰ ਹੋ ਗਈਆਂ। ਜਿਸ ਤਰ੍ਹਾਂ ਕੋਈ ਬੰਦਾ ਮੈਦਾਨੇ ਜੰਗ ਵਿੱਚ ਹੋਵੇ ਤੇ ਭਰਾ ਆ ਜਾਏ ਮੌਕੇ ਤੇ ਉਸ ਵੇਲੇ ਨੂੰ ਕਿੰਨਾ ਸਹਾਰਾ ਮਿਲਦਾ ਹੈ। ਮਹਾਰਾਜ ਕਹਿੰਦੇ ਜੈਸੇ ਰਣ ਮੈਂ ਸਖਾ ਭਰਾਤ, ਜਿਵੇਂ ਲੜਾਈ ਵਿੱਚ ਭਰਾ ਆ ਜਾਏ ਤੇ ਬੰਦੇ ਦਾ ਹੌਸਲਾ ਵੱਧ ਜਾਂਦਾ, ਬਲ ਵੱਧ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਇਸ ਭੁੱਖੇ ਭੋਜਨ, ਜਿਵੇਂ ਭੁੱਖੇ ਨੂੰ ਭੋਜਨ ਮਿਲ ਜਾਏ। ਭੁੱਖਾ ਬੰਦਾ ਮੈਨੂੰ ਰੋਟੀ ਮਿਲ ਜਾਏ, ਉਹ ਕਹਿੰਦਾ ਰਾਤ ਦੀ ਦੇ ਦਿਓ ਕੋਈ ਗੱਲ ਨਹੀਂ। ਜਿਵੇਂ ਧਰਤੀ ਤੇ ਸਾੜ ਪੈ ਰਿਹਾ ਹੋਵੇ ਤੇ ਮੀਂਹ ਪੈ ਜਾਏ, ਧਰਤੀ ਖੁਸ਼ ਹੋ ਜਾਂਦੀ ਹੈ। ਜਿਵੇਂ ਸਿੰਘ ਦਾ ਮਤਲਬ ਹੈ ਸ਼ੇਰ। ਜਿਵੇਂ ਸ਼ੇਰ ਦੀ ਸ਼ਕਲ ਵਿੱਚ ਬੰਦਾ ਚਲਿਆ ਜਾਵੇ ਤੇ ਬਾਕੀ ਸਾਰੇ ਡਰ ਖਤਮ ਹੋ ਜਾਂਦੇ ਆ। 4 ਉਦਾਹਰਨਾਂ ਇਹਦੇ ਚ ਦਿੱਤੀਆਂ ਮਹਾਰਾਜ ਨੇ। ਇਸ ਤਰ੍ਹਾਂ ਸਹਾਈ ਹੁੰਦਾ ਰੱਬ ਦਾ ਨਾਮ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗਰਗ ਮੁਖ ਨਹੀਂ ਸਰਪ ਤਰਾਸ, ਸੁਗਾ ਪਿੰਜਰ ਨਹੀਂ ਖਾਏ ਬਿਲਾਸ, ਜੈਸੋ ਆਂਡੋ ਹਿਰਦੈ ਮਾਹੇ, ਜੈਸੋ ਦਾਨੋ ਚੱਕੀ ਦਰਾਹੇ। 4 ਉਦਾਹਰਨਾਂ ਫਿਰ ਇਹਦੇ ਚ ਦਿੱਤੀਆਂ ਮਹਾਰਾਜ। 12 ਹੋ ਗਈਆਂ ਤਿੰਨਾਂ ਬੰਦਾਂ ਵਿੱਚ। ਇਹਦੇ ਚ ਮਹਾਰਾਜ ਕਹਿੰਦੇ ਨੇ ਕਿ ਜੈਸ ਗਰਗ ਮੁਖ ਨਹੀਂ ਸਰਪ ਤਰਾਸ। ਇਹ ਮੰਨਿਆ ਜਾਂਦਾ ਵੀ ਜਿਹਦੇ ਕੋਲੇ ਉਹ ਗੁਣ ਹੋਵੇ, ਬੰਦੇ ਕੋਲੇ ਉਹ ਸੱਪ ਲੜ ਜਾਏ ਤੇ ਜ਼ਹਿਰ ਤੋਂ ਬਚ ਜਾਂਦਾ ਹੈ, ਉਹਦਾ ਬਚਾਅ ਹੋ ਜਾਂਦਾ। ਜਿਸ ਨੂੰ ਉਹਦੇ ਗੁਣ ਪਤਾ ਹੋਵੇ ਵੀ ਇਹ ਚੀਜ਼ ਤੋਂ ਜ਼ਹਿਰ ਨੂੰ ਮਾਰਿਆ ਜਾ ਸਕਦਾ, ਖਤਮ ਕੀਤਾ ਜਾ ਸਕਦਾ ਹੈ। ਮਾਰੇ ਕਹਿੰਦੇ ਜਿਹਦੇ ਕੋਲੇ ਉਹ ਗੁਣ ਹੋਵੇ ਤੇ ਸੱਪ ਲੜ ਜਾਏ, ਉਹਨੂੰ ਪਤਾ ਵੀ ਮੈਂ ਤਾਂ ਤੋਂ ਬਚਾਅ ਕਰ ਲੈਣਾ, ਜਿਵੇਂ ਉਹਦੀ ਸਹਾਇਤਾ ਕਰਦਾ ਹੈ। ਗਰਗ ਮੁਖ ਨਹੀਂ ਸਰਪ ਤਰਾਸ, ਸੂਆ ਪਿੰਜਰ। ਸੂਆ ਕਹਿੰਦੇ ਨੇ ਤੋਤੇ ਨੂੰ, ਪਿੰਜਰੇ ਵਿੱਚ ਹੋਵੇ ਨਹੀਂ ਖਾਏ ਬਿਲਾਸ। ਮਹਾਰਾਜ ਕਹਿੰਦੇ ਬਿੱਲੇ ਦਾ ਕੀ ਡਰ ਹੋਇਆ ਜਦੋਂ ਉਹ ਪਿੰਜਰੇ ਵਿੱਚ ਹੀ ਹੈ। ਅੱਗੇ ਮਹਾਰਾਜ ਕਹਿੰਦੇ ਜੈਸੋ ਆਂਡੋ ਹਿਰਦੈ ਮਾਹੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਸ ਤਰ੍ਹਾਂ ਆਂਡੇ ਆਪਣੇ ਭਾਵੇਂ ਦਾ ਹੋ ਗਿਆ ਕਿ ਜਿਵੇਂ ਕੂੰਜਾਂ ਆਪਣੇ ਬੱਚੇ ਨੂੰ ਧਿਆਨ ਵਿੱਚ ਰੱਖ ਕੇ ਪਾਲਦੀਆਂ ਨੇ, ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਨਾਂ ਦੀ ਸਹਾਇਤਾ ਰੱਬ ਦਾ ਨਾਮ ਕਰਦਾ। ਜੈਸੇ ਦਾਨੋ ਚੱਕੀ ਦਰਾਹੇ। ਚੱਕੀ ਦਾ ਮਤਲਬ ਸਾਰੇ ਸਮਝ ਗਏ ਸੀ, ਹੱਥਾਂ ਨਾਲ ਜਿਹੜੀ ਚੱਕੀ ਗੇੜਦੇ ਸੀ, ਉਹਦੀ ਕਿੱਲੀ ਨਾਲ ਜਿਹੜੇ ਦਾਣੇ ਲੱਗ ਜਾਣ ਉਹਦਾ ਬਚਾਅ ਹੋ ਜਾਂਦਾ ਸੀ। 4 ਉਦਾਹਰਨਾਂ ਦੇ ਕੇ ਮਹਾਰਾਜ ਕਹਿੰਦੇ ਨੇ ਐਸੋ ਸਹਾਈ ਹਰਿ ਕੋ ਨਾਮ ਹੈ। ਇਸ ਤਰ੍ਹਾਂ ਪਰਮਾਤਮਾ ਦਾ ਨਾਮ ਸਾਡੀ ਸਹਾਇਤਾ ਕਰਦਾ ਹੈ। ਇੱਥੇ ਮਹਾਰਾਜ ਕਹਿੰਦੇ ਨੇ ਜੇਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰਿ ਨਾਮ। ਮਹਾਰਾਜ ਕਹਿੰਦੇ ਕੰਨਾਂ ਨਾਲ ਸੁਣੋ। ਹੁਣ ਮੈਂ ਪਹਿਲਾਂ ਜ਼ੁਬਾਨ ਦੀ ਗੱਲ ਕੀਤੀ ਬੋਲਣ ਨਾਲ, ਹੁਣ ਮੈਂ ਅਗਲੀ ਗੱਲ ਕਰਨ ਲੱਗਿਆ ਸੁਣਨ ਨਾਲ। ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਇਹ ਜਿਹੜਾ ਸ਼ਬਦ ਮੈਂ ਲੈ ਰਿਹਾ ਉਹਦੇ ਤੇ ਗੁਰਬਾਣੀ ਦੇ ਪ੍ਰਮਾਣ ਦੇ ਕੇ, ਜਦੋਂ ਪ੍ਰਮਾਣ ਜੇ ਜ਼ਿਆਦਾ ਵੀ ਦਿੱਤੇ ਜਾਣ ਫਿਰ ਕਈਆਂ ਨੂੰ ਹੁੰਦਾ ਵੀ ਸ਼ਾਇਦ ਬਾਬਾ ਪਤਾ ਨਹੀਂ ਪਾਠ ਹੀ ਕਰਨ ਬਹਿ ਗਿਆ, ਇੰਨੇ ਪ੍ਰਮਾਣ ਦੇ ਰਿਹਾ। ਮੇਰੀ ਕੋਸ਼ਿਸ਼ ਦੀ 1-2 ਪ੍ਰਮਾਣ ਜ਼ਰੂਰ ਉਹਦੇ ਤੇ ਦਿੱਤੇ ਜਾਣ ਜਿਹੜਾ ਵਿਸ਼ਾ ਚੱਲ ਰਿਹਾ। ਹੁਣ ਆਪਾਂ ਗੱਲ ਕਰਦੇ ਸੁਣਨ ਦੀ। ਹੁਣੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਨਾ ਸਾਰਿਆਂ ਨੇ। ਸੁਖਮਨੀ ਸਾਹਿਬ ਦੇ ਪਾਠ ਦੀ ਅਖੀਰਲੀ ਅਸ਼ਟਪਦੀ ਦਾ
ਇੱਕ ਪਤਾ ਹੈ, ਮੈਂ ਪੜ੍ਹਨਾ ਹੈ ਤੇ ਉਹਦੇ ਅਰਥ ਕਰਨ ਦੀ ਲੋੜ ਨਹੀਂ ਪੈਣੀ, ਜਿੱਥੇ ਲੋੜ ਪਈ ਮੈਂ ਉੱਥੇ ਦੱਸ ਦਿਆਂਗਾ, ਨਹੀਂ ਤੇ ਲਗਭਗ ਸਭ ਨੂੰ ਸਮਝ ਆਈ ਜਾਣੀ। ਹੁਣ ਮੈਂ ਗੱਲ ਕਰਨ ਲੱਗਾ ਜੇਬਾ ਗੁਣ ਗੋਬਿੰਦ ਭਜੋ, ਤੇ ਆਪਾਂ ਕਹਿਤਾ ਵੀ ਜਪੋ ਤੇ ਪਰਮਾਤਮਾ ਦੇ ਨਾਮ ਨੂੰ ਇਸ ਤਰ੍ਹਾਂ ਸਹਾਇਤਾ ਕਰਦਾ। ਹੁਣ ਸੁਣਨ ਦੀ ਗੱਲ ਕਰਨ ਲੱਗੇ ਆ। ਮਹਾਰਾਜ ਕਹਿੰਦੇ ਨੇ ਖੇਮ ਸ਼ਾਂਤ ਰਿੱਧ ਨਮ ਨਿੱਧ, ਇਹ ਸੁਣਨ ਦਾ ਪ੍ਰਕਰਨ ਚੱਲਣ ਲੱਗਿਆ। ਖੇਮ ਸ਼ਾਂਤ ਰਿੱਧ ਨਮ, ਖੇਮ ਸ਼ਾਂਤ ਦਾ ਮਤਲਬ ਹੋ ਗਿਆ ਆਤਮਿਕ ਖੇੜਾ, ਆਤਮਿਕ ਆਨੰਦ। ਖੇਮ ਸ਼ਾਂਤ ਰਿੱਧ ਨਮ ਨਿੱਧ, ਸਾਰੀਆਂ ਰਿੱਧੀਆਂ ਸਿੱਧੀਆਂ ਨੌ ਨਿੱਧ ਖਜ਼ਾਨੇ ਮਿਲ ਜਾਣਗੇ ਉਸ ਨੂੰ। ਖੇਮ ਸ਼ਾਂਤ ਰਿੱਧ ਨਮ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ। ਇਹਦਾ ਮਤਲਬ ਚੰਗੀ ਬੁੱਧੀ ਮਿਲ ਗਈ, ਜਿਹੜੀ ਦੁਰਮਤ ਗੁਰੂ ਸਾਹਿਬ ਹੁਣੇ ਕਹਿ ਰਹੇ ਨੇ ਉਹ ਨਾਸ਼ ਹੋ ਜਾਂਦੀ ਹੈ, ਦੁਰਮਤ ਚਲੇਗੀ, ਚੰਗੀ ਸੋਹਣੀ ਬੁੱਧੀ ਮਿਲ ਗਈ। ਮਹਾਰਾਜ ਕਹਿੰਦੇ ਖੇਮ ਸ਼ਾਂਤ ਰਿੱਧ ਨਮ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਇਹਦਾ ਮਤਲਬ ਵਧੀਆ ਉਹਨੂੰ ਚੰਗੀ ਵਿਦਿਆ ਮਿਲ ਗਈ, ਜੀਵਨ ਨੂੰ ਕਮਾਉਣ ਵਾਲੀ ਸੋਹਣੀ। ਮਹਾਰਾਜ ਕਹਿੰਦੇ ਨੇ ਤਪ ਜਿਹੜਾ ਸੇਵਾ ਘਾਲਣਾ ਵਾਲਾ ਉਹ ਵੀ ਉਹਨੂੰ ਮਿਲ ਗਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਖੇਮ ਸ਼ਾਂਤ ਰਿੱਧ ਨਮ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਊਤਮ ਇਸ਼ਨਾਨ। ਚਾਰ ਪਦਾਰਥ ਧਰਮ ਅਰਥ ਕਾਮ ਤੇ ਮੋਕਸ਼, ਇਹ ਵੀ ਮਿਲ ਗਏ ਉਹਨੂੰ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ। ਉਹ ਸੰਸਾਰ ਵਿੱਚ ਰਹਿ ਕੇ ਨਿਰਲੇਪ ਹੋਣ ਦੀ ਜੁਗਤ ਆ ਜਾਂਦੀ ਉਹਨੂੰ। ਮਹਾਰਾਜ ਕਹਿੰਦੇ ਨੇ ਇਹ ਚੀਜ਼ਾਂ ਕਿਹਨੂੰ ਮਿਲ ਗਈਆਂ? ਖੇਮ ਸ਼ਾਂਤ ਰਿੱਧ ਨਮ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਊਤਮ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਵੇਤਾ, ਸਮਦਰਸ਼ੀ ਏਕ ਦ੍ਰਿਸ਼ ਚੇਤਾ। ਇਹ ਫਲ ਇੰਨਾ ਕੁਝ ਤੁਸੀਂ ਕਦੇ ਗਿਣਤੀ ਕਰਿਓ ਜੇ, ਇਹ 22 23 24 ਪਰਮਾਤਮਾ ਦੀਆਂ ਬਖਸ਼ਿਸ਼ਾਂ ਦੇ ਵਿੱਚ 21 ਪਦੇ ਵਿੱਚ ਨੇ। ਮਹਾਰਾਜ ਕਹਿੰਦੇ ਇਹ ਫਲ, ਇਹ ਸਾਰੀਆਂ ਚੀਜ਼ਾਂ ਕਿਹਨੂੰ ਮਿਲਦੀਆਂ ਨੇ? ਇਹ ਫਲ ਤਿਸ ਜਨ ਕੈ ਮੁਖ ਭਨੈ। ਇੱਕ ਤਾਂ ਹੋ ਗਿਆ ਵੀ ਮੁਖ ਭਨੇ ਵੀ ਆ ਗਿਆ, ਨਾਲ ਹੀ ਜੇਬਾ ਗੁਣ ਗੋਬਿੰਦ ਭਜੋ। ਜਿਹੜਾ ਜ਼ੁਬਾਨ ਨਾਲ ਗਾਵੇ ਤੇ ਮਹਾਰਾਜ ਕਹਿੰਦੇ ਉਹਨੂੰ ਵੀ ਮਿਲ ਜਾਣੇ ਐ, ਤੇ ਜਿਹੜਾ ਗਾ ਨਹੀਂ ਸਕਦਾ, ਪੜ੍ਹ ਨਹੀਂ ਸਕਦਾ, ਉਹ ਸੁਣ ਲਵੇ ਉਹਦੀ ਝੋਲੀ 'ਚ ਵੀ ਪੈ ਜਾਣੀਆਂ ਨੇ। ਇਹ ਫਲ ਤਿਸ ਜਨ ਕੈ ਮੁਖ ਭਨੈ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਇੱਥੇ ਮਹਾਰਾਜ ਨੇ ਇੱਕ ਰਮਜ ਰੱਖ ਦਿੱਤੀ। ਮਹਾਰਾਜ ਨੇ ਕਿ ਇਹ ਨਹੀਂ ਕਹਿ ਦਿੱਤਾ ਵੀ ਕੰਨ ਸੁਣੇ, ਮਨ ਸੁਣੇ ਕਹਿਤਾ ਮਹਾਰਾਜ ਨੇ। ਇਹਦਾ ਮਤਲਬ ਹੋ ਗਿਆ ਸੁਣਨਾ ਤੇ ਕੰਨਾਂ ਨੇ ਹੀ ਹੈ, ਪਰ ਕੰਨਾਂ ਨਾਲ ਸੁਣਿਆ ਤੇਰੇ ਮਨ ਤੱਕ ਪਹੁੰਚ ਜਾਏ। ਇੱਥੇ ਰਮਜ ਇਹ ਰੱਖ ਦਿੱਤੀ, ਸੁਣਨਾ ਕੰਨਾਂ ਨਾਲ ਹੀ ਹੈ, ਕੰਨਾਂ ਨਾਲ ਸੁਣੀ ਹੋਈ ਗੱਲ ਤੇਰੇ ਮਨ ਤੱਕ ਪਹੁੰਚ ਜਾਏ। ਯਾਦ ਰੱਖਿਓ ਜੇ ਕੁਝ ਸ਼ਬਦ ਇਹੋ ਜਿਹੇ ਹੁੰਦੇ ਆ, ਸਾਰੀ ਜ਼ਿੰਦਗੀ ਬੰਦਾ ਕਹਿੰਦਾ ਹੈ, ਕਹਿੰਦਾ ਫਲਾਣੇ ਬੰਦੇ ਨੇ ਮੈਨੂੰ ਇੱਕ ਵਾਰ ਆਹ ਗੱਲ ਕਹੀ ਸੀ, ਉਹ ਦਿਲ ਤੇ ਲੱਗੀ ਅਜੇ ਤੱਕ ਮੈਂ ਯਾਦ ਰੱਖਦਾ। ਉਹ ਸੁਣੀ ਤਾਂ ਕੰਨਾਂ ਨਾਲ ਹੀ ਨਾ, ਪਰ ਰੱਖਦਾ ਪਤਾ ਕਿਹੜੀ ਯਾਦ ਹੈ? ਵੈਰ ਵਿਰੋਧ ਈਰਖਾ ਵਾਲੀ। ਉਹ ਅੰਦਰ ਸਾਰੀ ਜ਼ਿੰਦਗੀ ਰੱਖ ਕੇ ਬੈਠਾ ਰਹਿੰਦਾ। ਉਹਨੇ ਮੈਨੂੰ ਫਲਾਣੇ ਟਾਈਮ ਤੇ ਅੰਦਰੇ ਅੰਦਰ ਤੂੰ ਰੱਖੀ ਰੱਖੇਗਾ, ਉਹਦਾ ਕੀ ਜਾਣਾ? ਉਹਦਾ ਕੁਝ ਨਹੀਂ ਜਾਣਾ, ਸੜ ਤੇਰਾ ਅੰਦਰ ਜਾਣਾ ਹੈ, ਉਹਦਾ ਨਹੀਂ ਕੁਝ ਜਾਣਾ। ਜੇ ਰੱਖਣਾ ਆਪਣੇ ਅੰਦਰ ਤੇ ਗੁਰੂ ਦਾ ਬਚਨ ਟਿਕਾ ਕੇ ਰੱਖੀਏ। ਇਹ ਕਹੀਏ ਮੈਨੂੰ ਗੁਰੂ ਨੇ ਇੱਕ ਵਾਰ ਆਹ ਗੱਲ ਕਹੀ ਸੀ, ਚਲੋ ਗੁਰੂ ਤਾਂ ਹਮੇਸ਼ਾ ਹੀ ਕਹਿੰਦਾ ਹੈ, ਮੈਂ ਇਹ ਨਹੀਂ ਕਹਿੰਦਾ ਵੀ ਇੱਕ ਵਾਰ, ਪਰ ਕਦੇ ਮਨ ਨੂੰ ਇਹ ਗੱਲ ਭਾ ਜਾਵੇ ਕਿ ਇੱਕ ਵਾਰ ਮੈਂ ਗਿਆ ਸੀ, ਗੁਰੂ ਨੇ ਮੈਨੂੰ ਆਹ ਬਚਨ ਕਿਹਾ ਸੀ, ਅੱਜ ਤੱਕ ਮੇਰੇ ਦਿਲ ਤੇ ਲੱਗਾ ਗੁਰੂ ਦਾ ਬਚਨ। ਜਿੱਦਣ ਕਿਤੇ ਇਹ ਹੋ ਗਿਆ ਨਾ, ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਚੋਟ ਸਹੇਲੀ ਸ਼ੇਰ ਕੀ ਲਾਗਤ ਲੈ ਉਸਾਸ। ਚੋਟ ਸਹਾਰਾ ਸ਼ਬਦ ਕੀ ਤਾਸ, ਗੁਰੂ ਮੈਂ ਤਾਸ। ਮੈਂ ਉਹਦਾ ਦਾਸ ਬਣਨ ਨੂੰ ਤਿਆਰ ਹੈ, ਪਰ ਗੁਰੂ ਦੇ ਸ਼ਬਦ ਦਾ ਤੀਰ ਇੱਕ ਵਾਰ ਆਪਣੇ ਅੰਦਰ ਮਾਰ ਕੇ ਵੇਖੇ। ਇਹੋ ਜਿਹਾ ਤੀਰ ਹੈ, ਵਿੰਨ ਕੇ ਰੱਖ ਦੇਗਾ ਤੇ ਜ਼ਿੰਦਗੀ ਬਦਲ ਜਾਏਗੀ। ਇੱਥੇ ਮਹਾਰਾਜ ਕਹਿੰਦੇ ਨੇ ਕੰਨਾਂ ਨਾਲ ਸੁਣਨਾ ਹੈ ਪਰਮਾਤਮਾ ਦੇ ਨਾਮ ਨੂੰ। ਜੇਬਾ ਗੁਣ ਗੋਬਿੰਦ ਭਜੋ, ਕਰਮ ਸੁਣੋ ਹਰਿ ਨਾਮ। ਕਉ ਨਾਨਕ ਸੁਣ ਰੇ ਮਨਾ। ਇਹ ਮੇਰੇ ਮਨ ਸੁਣ ਇਸ ਗੱਲ ਨੂੰ, ਪਰ ਨਾ ਜਮ ਕੇ ਧਾਮ। ਆਹ ਹੈ ਜੋ ਗੁਰਮੁਖ ਡਰ ਜਿਹੜਾ ਸਾਡੇ ਅੰਦਰ ਬਹੁਤ ਬੈਠਾ ਹੈ। ਕਈ ਸਾਨੂੰ ਵੀ ਪੁੱਛ ਲੈਂਦੇ ਆ, ਪਰ ਕੀ ਕਰੀਏ ਜੀ, ਅਜੇ ਜਿਉਂਦੇ ਆ, ਜਵਾਬ ਨਹੀਂ ਦੇ ਸਕਦੇ। ਜੇ ਸਾਨੂੰ ਕੋਈ ਪੁੱਛਦਾ ਵੀ ਬਾਬਾ ਜੀ ਅੱਗੇ ਕੀ ਹੋਊ, ਤੇ ਅੱਗੇ ਤੋਂ ਜਾਵਾਂਗੇ ਤੇ ਫੇਰ ਹੀ ਹੈ। ਜੇ ਕਿਤੇ ਦੱਸ ਸਕਦੇ ਹੋਏ ਤੇ ਆ ਕੇ ਦੱਸ ਕਿ ਵਾਪਸ ਨਹੀਂ ਤੇ ਕੌਣ ਦੱਸੇਗਾ? ਕਿੰਨੇ ਤੁਰ ਗਿਆ, ਕਿੰਨਿਆਂ ਤੁਰ ਜਾਣਾ। ਕੋਈ ਹੈ ਇਹੋ ਜਿਹਾ ਜਿਹੜਾ ਆ ਕੇ ਦੱਸੇ ਵੀ ਹਾਂ ਆਹ ਹੁੰਦਾ ਜੀ ਅਗਲੇ ਬੰਨੇ। ਠੀਕ ਹੈ, ਕਹਾਣੀਆਂ ਬੜੀਆਂ ਬਣਾਈਆਂ ਲੋਕਾਂ ਨੇ ਨੈਟ ਤੇ ਪਾਈਆਂ ਹੋਈਆਂ ਝੂਠੀਆਂ, ਬਸ ਐਵੇਂ ਆਪਣੀਆਂ ਵਿਊ ਵਧਾਉਣ ਵਾਸਤੇ ਬੜੀਆਂ ਕਹਾਣੀਆਂ ਅੱਜ ਕੱਲ੍ਹ ਪਾਉਂਦੇ ਆ। ਉਹ ਫਲਾਣੇ ਜੀ ਉਹਨਾਂ ਦਾ ਬਾਪੂ ਚੜਾਈ ਕਰ, ਉਹਨੇ ਮਾਤਾ ਚੜਾਈ ਕਰ, ਆ ਕੇ ਦੱਸਿਆ ਉਹਨੇ, ਉਹ ਤੇ ਇਸ ਤਰ੍ਹਾਂ ਹੁੰਦਾ ਹੈ। ਕਮਾਲ ਹੋ ਗਈ ਹੈ, ਰੱਬ ਵੀ ਭੁੱਲ ਜਾਂਦਾ ਕਰਨ ਲੱਗਿਆ। ਕਹਿੰਦੇ ਖੜਨਾ ਮੈਨੂੰ ਦੱਸੋ, ਉਹਨੂੰ ਫਲਾਣੇ ਪਿੰਡ ਵਾਲੇ ਨੂੰ ਲੈ ਕੇ ਦੂਜੇ ਪਿੰਡ ਨੂੰ ਚੁੱਕ ਗਏ। ਇਹ ਬੜੀਆਂ ਕਹਾਣੀਆਂ ਲੋਕੀ ਪਾ ਰਹੇ ਨੇ।
ਤੇ ਸੱਚ ਮੰਨੀ ਜਾਂਦੇ ਨੇ ਲੋਕੀ, ਚੰਗੇ ਭਲੇ ਬਾਣੀ ਪੜ੍ਹਨ ਵਾਲੇ ਵੀ ਸੱਚ ਮੰਨੀ ਜਾਂਦੇ। ਹਾਂ ਕਹਿੰਦੇ ਇਸ ਤਰ੍ਹਾਂ ਹੀ ਹੁੰਦਾ ਹੈ। ਇਹਦਾ ਮਤਲਬ ਰੱਬ ਵੀ ਭੁੱਲ ਜਾਂਦਾ ਹੈ, ਉਹਦੇ ਕੰਪਿਊਟਰ ਤੇ ਵੀ ਇਹਦਾ ਮਤਲਬ ਆ ਵੀ ਉਹ ਵੀ ਕਿਤੇ ਨਾ ਕਿਤੇ ਰੱਬ ਵੀ ਆਪਣੇ ਕੰਪਿਊਟਰ 'ਚ ਹੱਥ ਇੱਧਰ ਮਾਰ ਕੇ ਖੜਨਾ ਕਿਸੇ ਨੂੰ ਲੈ ਕਿਸੇ ਨੂੰ ਜਾਂਦਾ। ਮਤਲਬ ਇਹਦਾ ਇਹੋ, ਜੇ ਰੱਬ ਭੁੱਲ ਗਿਆ ਤਾਂ ਅਸੀਂ ਕਿਹੜੇ ਬਾਗ ਦੀ ਮੂਲੀ ਆ? ਜਦ ਕਿ ਬਾਣੀ ਕਹਿੰਦੀ ਭੁੱਲਣ ਅੰਦਰ ਸਭ ਤੋਂ ਆ ਭੁੱਲ ਗੁਰੂ ਕਰਤਾਰ। ਰੱਬ ਨਹੀਂ ਜੇ ਕਦੇ ਭੁੱਲਦਾ ਨੇ, ਜਿਹਨੂੰ ਲਿਜਾਣਾ ਉਹਨੂੰ ਹੀ ਲਿਜਾਣਾ ਦੀ ਜਗ੍ਹਾ ਤੇ ਦੂਜਾ ਨਹੀਂ ਜੇ ਖੜ ਸਕਦਾ। ਇਹ ਪੱਕਾ ਮਨ 'ਚ ਧਾਰਨ ਕਰ ਲਿਓ ਜੀ। ਤੇ ਦੂਜੀ ਗੱਲ, ਜਿਹੜਾ ਅਸੀਂ ਕਹਿੰਦੇ ਵੀ ਕੀ ਹੋਏਗਾ, ਮੈਂ ਉਹਦਾ ਜਵਾਬ ਦੇਣ ਲੱਗਿਆ। ਮਹਾਰਾਜ ਨੇ ਕਿਰਪਾ ਕਰਤੀ ਅੱਜ ਦੇ ਸ਼ਬਦ ਵਿੱਚ। ਮਹਾਰਾਜ ਕਹਿੰਦੇ ਤੂੰ ਇਸ ਚੱਕਰ 'ਚ ਕਿਉਂ ਪੈਣਾ ਵੀ ਕੀ ਹੋਣਾ ਜੀ, ਕਿਵੇਂ ਹੋਏਗਾ ਜੀ, ਉੱਥੇ ਕੀ ਸਜ਼ਾ ਮਿਲੇਗੀ ਜੀ, ਕਿੱਦਾਂ ਹੋਊਗਾ? ਮਹਾਰਾਜ ਕਹਿੰਦੇ ਇਹ ਭੈ ਤੂੰ ਕਿਉਂ ਕਿਵੇਂ ਬੈਠਾ? ਤੂੰ ਇੱਕ ਕੰਮ ਕਰ, ਜ਼ੁਬਾਨ ਨਾਲ ਜਪ ਤੇ ਕੰਨ ਨਾਲ ਸੁਣ। ਆ ਦੋ ਕੰਮ ਤੂੰ ਕਰ ਲਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੈਂ ਲਿਖ ਕੇ ਦੇ ਦਿੰਦਾ, ਤੈਨੂੰ ਜਮ ਨਹੀਂ ਲੈ ਕੇ ਜਾਣਗੇ। ਦੱਸੋ ਹੋਰ ਕੀ ਚਾਹੀਦਾ ਸਾਨੂੰ? ਜਿਹੜਾ ਅਸੀਂ ਪੁੱਛਦੇ ਫਿਰਦੇ ਆ ਵੀ ਜਮਾਂ ਦੀ ਕੋਈ ਮਾਰ ਤੋਂ ਬਚ ਜਾਗੇ ਜਾਂ ਕੀ ਹੋਏਗਾ। ਗੁਰੂ ਤੇਗ ਬਹਾਦਰ ਸਾਹਿਬ ਐਡੀ ਗਰੰਟੀ ਲੈ ਰਹੇ ਨੇ। ਉੱਥੇ ਰੱਖ ਦੋ ਸਾਈਡ ਤੇ, ਉੱਥੇ ਪੜਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਇੰਨੀ ਗਰੰਟੀ ਲੈ ਰਹੇ ਨੇ, ਕਹਿੰਦੇ ਨੇ ਕਿ ਜੇ ਦੋ ਕੰਮ ਤੂੰ ਕਰ ਲੈ, ਇੱਕ ਜ਼ੁਬਾਨ ਨਾਲ ਜਪਣਾ, ਦੂਜਾ ਕੰਨਾਂ ਨਾਲ ਸੁਣਨਾ, ਦੋ ਕੰਮ ਤੂੰ ਕਰ, ਅਗਲਾ ਕੰਮ ਪਰਮਾਤਮਾ ਵਾਹਿਗੁਰੂ ਗੁਰੂ ਦਾ ਤੈਨੂੰ ਜਮਾਂ ਦੇ ਘਰ ਨਹੀਂ ਜਾਣ ਦੇਗਾ। ਦੱਸੋ ਇਹ ਤੋਂ ਵੱਡੀ ਗਰੰਟੀ ਕੌਣ ਦੁਨੀਆ ਤੇ ਲੈ ਸਕਦਾ? ਫਿਰ ਗੁਰੂ ਮਹਾਰਾਜ ਇੱਕ ਹੋਰ ਸ਼ਬਦ ਵੀ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਦੇਖੋ ਪਿਆਰਿਓ, ਜੇ ਜਮਾਂ ਦੇ ਧਾਮ ਤੋਂ ਬਚਣਾ ਹੈ ਤਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇੱਕ ਕੰਮ ਕਰ ਲਓ। ਵਾਹਿਗੁਰੂ ਪਰਮਾਤਮਾ ਪਰਮੇਸ਼ਰ ਜਿਹੜਾ ਉਹਨੂੰ ਯਾਦ ਰੱਖੇਗਾ, ਮਹਾਰਾਜ ਕਹਿੰਦੇ ਜਮਾਂ ਦੇ ਧਾਮ ਤੋਂ ਬਚ ਜਾਏਗਾ। ਉਹਦਾ ਉਧਰ ਜਾਏਗਾ ਨਹੀਂ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਇਹਦੇ ਵਿੱਚ ਵੀ ਵੇਖਿਓ ਕਿੰਨੀ ਕਿਰਪਾ ਕਰਦੀ ਮਹਾਰਾਜ ਨੇ। ਮਹਾਰਾਜ ਕਹਿੰਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ। ਮਹਾਰਾਜ ਕਹਿੰਦੇ ਗੱਲ ਯਾਦ ਰੱਖਿਓ, ਤੁਸੀਂ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰੋ, ਉਹਨੂੰ ਸਿਮਰੋ, ਉਸ ਨੂੰ ਧਿਆਨ ਦੇ ਆਪਣੇ ਮਨ ਵਿੱਚ ਉਹਦਾ ਧਿਆਨ ਟਿਕਾ ਕੇ ਰੱਖੋ, ਉਹਨੂੰ ਆਪਣੇ ਹਿਰਦੇ 'ਚ ਸਦਾ ਵਸਾ ਕੇ ਰੱਖੋ। ਮਹਾਰਾਜ ਕਹਿੰਦੇ ਤੁਸੀਂ ਜਮਾਂ ਦੀ ਗੱਲ ਕਰਦੇ ਹੋ, ਧਰਮਰਾਜ ਨੂੰ ਵੀ ਹੱਕ ਨਹੀਂ ਹੈਗਾ ਤੁਹਾਡਾ ਹਿਸਾਬ ਕਿਤਾਬ ਪੁੱਛਣਾ। ਮੈਂ ਕੋਲੋਂ ਨਹੀਂ ਜੇ ਕੁਝ ਵੀ ਬੋਲਣ ਡਿਆ, ਸਾਰਾ ਕੁਝ ਬਾਣੀ ਚੋਂ ਕਹਿੰਦੇ। ਇੰਨੀਆਂ ਗਰੰਟੀਆਂ ਜਦੋਂ ਗੁਰੂ ਗ੍ਰੰਥ ਸਾਹਿਬ ਚੁੱਕਦੇ ਨੇ, ਉਹ ਸਿੱਖਾਂ ਫਿਰ ਤੂੰ ਕਿਉਂ ਭੈ ਪਾਲ ਕੇ ਬੈਠਾ ਵੀ ਦੱਸੋ ਜੀ ਕੀ ਹੋਏਗਾ? ਜਮ ਤਾਂ ਹੀ ਲੈ ਕੇ ਜਾਣਗੇ, ਮੈਨੂੰ ਇੱਥੇ ਸਜ਼ਾ ਤਾਂ ਨਹੀਂ ਮਿਲੇਗੀ। ਮਹਾਰਾਜ ਕਹਿੰਦੇ ਤੂੰ ਨਿਕਲ ਇਹਨਾਂ ਗੱਲਾਂ ਚੋਂ, ਛੱਡ ਤੂੰ ਕੀ ਹੋਣਾ ਕੀ ਨਹੀਂ ਹੋਣਾ, ਇਹ ਗੱਲ ਨੂੰ ਛੱਡ ਕੇ ਤੂੰ ਇੱਕ ਕੰਮ ਕਰ, ਜੇਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਬਸ ਆਹ ਕੰਮ ਤੂੰ ਕਰਨਾ। ਕਹੋ ਨਾਨਕ ਸੁਣ ਰੇ ਮਨਾ, ਪਰ ਇਹ ਨਾ ਜਮ ਕੇ ਧਾਮ, ਤੈਨੂੰ ਕੋਈ ਜਮਾਂ ਦਾ ਡਰ ਨਹੀਂ ਹੋਏਗਾ, ਤੈਨੂੰ ਨਹੀਂ ਲੈ ਕੇ ਜਾਣਗੇ। ਇੱਕ ਮਹਾਰਾਜ ਦਾ ਜਿਹੜਾ ਬਚਨ ਮੈਂ ਹੋਰ ਪੜਿਆ ਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ। ਮਹਾਰਾਜ ਕਹਿੰਦੇ ਕਿਹੜਾ ਤੂੰ ਉੱਥੇ ਨੇੜੇ ਆ ਜਾਏਗਾ, ਕਿਹੜਾ ਲੈ ਜਾਏਗਾ? ਮੇਰਾ ਕਹਿਣ ਤੋਂ ਭਾਵ ਹੈ ਸਤਿਗੁਰੂ ਨੇ ਇੰਨੀ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਭਾਈ ਇੱਕ ਤਾਂ ਉਹਦਾ ਭੈ ਖਤਮ ਹੋ ਜਾਂਦਾ। ਫਿਰ ਇੱਕ ਵਾਰ ਮੈਂ ਧਰਾਉਣ ਲੱਗਿਆ ਦੋਨਾਂ ਸ਼ਲੋਕਾਂ ਨੂੰ ਸਮਾਪਤੀ ਤੇ, ਭੈ ਖਤਮ ਹੋ ਜਾਏਗਾ, ਦੁਰਮਤ ਚਲੇ ਜਾਏਗੀ। ਇਸ ਸਮੇਂ ਵਿੱਚ ਉਹਨੂੰ ਯਾਦ ਰੱਖਣਾ ਹੈ ਤੇ ਮਹਾਰਾਜ ਕਹਿ ਰਹੇ ਨੇ ਕਿ ਉਹਨੂੰ ਹਰ ਵੇਲੇ ਚੇਤੇ ਵਿੱਚ ਰੱਖਣਾ। ਪਰਮਾਤਮਾ ਨੂੰ ਤੇਰੇ ਕਾਰਜ ਸਿਰੇ ਚੜ ਜਾਣਗੇ। ਦੂਸਰੇ ਵਿੱਚ ਕਹਿੰਦੇ ਜੇਬਾਂ ਨਾਲ ਤੇ ਕੰਨਾਂ ਨਾਲ ਪਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਸੁਣ ਤੇ ਕਰ, ਦਿਨ ਰਾਤ ਉਹਨੂੰ ਯਾਦ ਰੱਖ ਤੇ ਤੂੰ ਜਮਾਂ ਦੇ ਧਾਮ 'ਚ ਨਹੀਂ ਜਾਏਗਾ, ਉਧਰ ਟਿਕਾਣਾ ਤੈਨੂੰ ਨਹੀਂ ਮਿਲੇਗਾ। ਇੰਨੀ ਕਿਰਪਾ ਮਹਾਰਾਜ ਨੇ ਅੱਜ ਦੇ ਇਹਨਾਂ ਦੋਨਾਂ ਸ਼ਲੋਕਾਂ ਵਿੱਚ ਕੀਤੀ। ਗੁਰੂ ਕਿਰਪਾ ਕਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਸਤਿਗੁਰੂ ਦੀ ਬਾਣੀ ਦਾ ਅਸਰ ਸਾਡੇ ਮਨ ਉੱਤੇ ਹੋ ਜਾਏ, ਹਿਰਦੇ ਤੇ ਹੋ ਜਾਏ, ਤਾਂ ਕਿ ਸਾਡਾ ਲੋਕ ਸੁਖੀਆ ਤੇ ਪਰਲੋਕ ਸਹਿਬ ਲਾਭ ਹੋ ਸਕੇ। ਸ਼ਬਦ ਵਿਚਾਰ ਕਰਦੇ ਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।